ਸ੍ਰੀ ਵਾਹਿਗੁਰੂ ਸਾਹਿਬ ਜੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੰਝ ਕਮਾਣ ਏ ਸਬਰ ਕਾ ਨਿਹਣੋ, ਸਬਰ ਸੰਦਾ ਬਾਣ। ਖਾਲਕ ਖਤਾ ਨਾ ਕਰੀ, ਸਬਰ ਅੰਦਰ ਸਾਬਰੀ। ਤਨ ਏਵੇਂ ਜਾਲੇਨ, ਹੋਣ ਨਜ਼ੀਕ ਖੁਦਾਏ ਦੈ। ਭੇਤ ਨਾ ਕਿਸੈ ਦੇਨ, ਜੇ ਤੂੰ ਬੰਦਾ ਦ੍ਰਿੜ ਕਾ ਰਹੈਂ। ਵਥ ਥੀਵੈ ਦਰਿਆਓ, ਟੁੱਟ ਨਾ ਥੀਵਹਿ ਬਹਾੜਾ। ਸਬਰ ਇਹ ਸੁਆਉ, ਜੇ ਤੂੰ ਬੰਦਾ ਦ੍ਰਿੜ ਕਾ ਰਹੈਂ। ਵਧ ਥੀਵੈ ਦਰਿਆਉ, ਟੁੱਟ ਨਾ ਥੀਵੈ ਬਹਾੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਗਦੀ ਜੋਤ ਰੂਹਾਨੀਅਤ ਤੇ ਮੁਜੱਸਮੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਆਪਣੇ ਦਰ ਦੀ ਸੇਵਾ ਬਖਸ਼ੀ ਅਤੇ ਸਾਨੂੰ ਜੀਵਨ ਜਿਉਣ ਦੀ ਜੁਗਤ ਸਤਿਗੁਰੂ ਆਪਣੀ ਬਾਣੀ ਰਾਹੀਂ ਬਖਸ਼ਦੇ ਨੇ। ਅਸੀਂ ਸਤਿਗੁਰ ਦੀ ਰਹਿਮਤ, ਸਤਿਗੁਰ ਦੀ ਕਿਰਪਾ ਜੋ ਸਾਰੇ ਜਗਤ ਦੇ ਵਰਤਦੀ ਹੈ, ਕਈ ਵਾਰੀ ਮਨੁੱਖ ਸਮਝ ਲੈਂਦਾ ਕਿ ਮੈਂ ਕੁਛ ਕਰ ਰਿਹਾ ਹਾਂ, ਤੇ ਜਿਵੇਂ ਹੀ ਮਨੁੱਖ ਨੂੰ ਕੋਈ ਅਹੰਕਾਰ ਆਉਂਦਾ ਸੱਚ ਜਾਣਨਾ, ਉਸ ਵੇਲੇ ਉਹ ਮਨੁੱਖ ਬੇਰਸਾ ਹੋ ਜਾਂਦਾ ਹੈ। ਇਸ ਕਰਕੇ ਜੇ ਅਸੀਂ ਆਤਮਿਕ ਰਸ ਹਾਸਲ ਕਰਨਾ ਹੈ
ਤਾਂ ਇੱਕ ਤਾਂ ਜੀਵਨ ਦੇ ਅੰਦਰ ਸਾਨੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਰੱਖਣੀ ਚਾਹੀਦੀ ਹੈ, ਤੇ ਦੂਜੀ ਗੱਲ ਜੀਵਨ ਨੂੰ ਸਬਰ ਦੇ ਅੰਦਰ, ਸੰਤੋਖ ਦੇ ਅੰਦਰ ਰੱਖਣਾ ਚਾਹੀਦਾ ਹੈ। ਸੋ ਬਾਬਾ ਫਰੀਦ ਜੀ ਸਮਝਾ ਰਹੇ ਹਨ ਕਿ ਜਿਹੜੇ ਮਨੁੱਖ ਆਪਣੀ ਜ਼ਿੰਦਗੀ ਨੂੰ ਸਬਰ ਦੇ ਵਿੱਚ ਰੱਖਦੇ ਹਨ, ਉਹਨਾਂ ਦੀ ਜ਼ਿੰਦਗੀ ਵਿੱਚ ਕਿਤਨੇ ਆਤਮਿਕ ਰਸ ਨੇ, ਆਤਮਿਕ ਖੇੜਾ ਹੈ। ਸੋ ਪਿਆਰ ਵਾਲਿਓ, ਆਓ ਜੋ ਬਾਬਾ ਫਰੀਦ ਜੀ ਦੇ 3 ਸ਼ਲੋਕਾਂ ਦਾ ਪਾਠ ਆਪ ਜੀਆਂ ਨਾਲ ਸਾਂਝਾ ਕੀਤਾ ਹੈ, ਇਹਨਾਂ ਸ਼ਲੋਕਾਂ ਦੀ ਵਿਚਾਰ ਅਸਲ ਦੇ ਵਿੱਚ ਜੋ ਗੁਰਮਤ ਹੈ, ਗੁਰਮਤ ਸਾਨੂੰ ਪਰਮੇਸ਼ਰ ਦੇ ਨੇੜੇ ਲੈ ਕੇ ਜਾਣਾ ਚਾਹੁੰਦੀ ਹੈ, ਪਰ ਸਾਡੀ ਜਿਹੜੀ ਮਤ ਹੈ ਉਹ ਸਾਨੂੰ ਉਸ ਪਾਸੇ ਤੁਰਨ ਨਹੀਂ ਦਿੰਦੀ। ਇਸ ਕਰਕੇ ਕਈ ਵਾਰੀ ਜੀਵਨ ਦੇ ਅੰਦਰ ਬੇਰਸੀ ਦਾ ਜਨਮ ਹੁੰਦਾ ਹੈ। ਸੰਸਾਰ ਦੇ ਵਿੱਚ ਮਨੁੱਖ ਦਾ ਮਨ ਜਦੋਂ ਮਾਇਆ ਦੇ ਵਿੱਚ ਖਿੰਡ ਜਾਂਦਾ ਹੈ, ਤਾਂ ਉਸ ਵੇਲੇ ਫਿਰ ਇਹ ਮਨੁੱਖ ਆਪਣੇ ਮੰਜ਼ਿਲੇ ਮਕਸੂਦ ਤੱਕ ਪਹੁੰਚ ਨਹੀਂ ਪਾਉਂਦਾ। ਇਸ ਕਰਕੇ ਬਾਬਾ ਫਰੀਦ ਜੀ ਨੇ ਆਖਿਆ ਕਿ ਤੂੰ ਆਪਣੇ ਜੀਵਨ ਦੇ ਵਿੱਚ ਸਬਰ ਨੂੰ ਆਪਣੀ ਕਮਾਨ ਬਣਾ, ਔਰ ਇਸ ਦੇ ਉੱਤੇ ਸਬਰ ਦਾ, ਸੰਤੋਖ ਦਾ ਚਿੱਲਾ ਚੜਾ। ਜੇ ਤੇਰੇ ਕੋਲ ਸਬਰ ਦਾ ਤੀਰ ਹੋਵੇਗਾ, ਫਿਰ ਪਰਮਾਤਮਾ ਤੇਰਾ ਨਿਸ਼ਾਨਾ ਜਿਹੜਾ ਉਹ ਖੁੰਝਣ ਨਹੀਂ ਦੇਗਾ, ਜੋ ਕਿ ਸਾਡਾ ਸਾਰਿਆਂ ਦਾ ਨਿਸ਼ਾਨਾ ਇੱਕ ਪਰਮਾਤਮਾ ਦਾ ਮਿਲਾਪ ਸੀ, ਜਿਸ ਨੂੰ ਅਸੀਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਾਵੇਂ ਅਸੀਂ ਰੋਜ਼ ਪੜ੍ਹਦੇ ਹਾਂ ਪਿਆਰ ਵਾਲਿਓ ਸੱਚ ਜਾਣਨਾ, ਪਰ ਸਾਡਾ ਨਿਸ਼ਾਨਾ ਜਿਹੜਾ ਸੀ ਉਹ ਸੰਸਾਰ ਦੇ ਵਿੱਚ ਆ ਕੇ ਇਸ ਮਾਇਆ ਦੇ ਰੰਗ ਵਿੱਚ ਰੰਗ ਕੇ ਕੁਛ ਹੋਰ ਬਣ ਜਾਂਦਾ ਹੈ। ਸੋ ਆਓ ਸਾਡਾ ਨਿਸ਼ਾਨਾ ਜੋ ਹੈ ਉਹ ਕਿਤੇ ਰੱਬ ਕਿਰਪਾ ਕਰੇ ਵੀ ਖੁੰਝਣ ਨਾ ਦੇ। ਆਓ ਕਿ ਸਾਡਾ ਜੀਵਨ ਜਿਹੜਾ ਉਹ ਵਿਅਰਥ ਨਾ ਜਾਣ ਦੇਵੇ। ਇਹ ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ, ਅਤੇ ਇੱਕ ਦਾਤ ਮੰਗੀਏ, ਮਹਾਰਾਜ ਵੀ ਕਿਰਪਾ ਕਰਕੇ ਤੁਸੀਂ ਇਹ ਜੀਵਨ ਦੇ ਵਿੱਚ ਸਬਰ ਦੀ ਦਾਤ ਬਖਸ਼ੋ। ਸੋ ਆਓ ਜਿੱਥੇ ਪਾਵਨ ਬਚਨਾਂ ਰਾਹੀਂ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਹਨ, ਇਹਨਾਂ ਬਚਨਾਂ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀਆਂ ਸੰਗਤਾਂ ਜਿਤਨੀਆਂ ਵੀ ਇਹ ਪ੍ਰੋਗਰਾਮ ਨਾਲ ਜੁੜ ਰਹੀਆਂ ਹਨ, ਇਸ ਬੱਚੇ ਨੂੰ ਅਸੀਸ ਬਖਸ਼ੋ ਕਿ ਗੁਰੂ ਦੀ ਗੱਲ ਆਪ ਦੇ ਨਾਲ ਸਾਂਝੀ ਕਰ ਸਕੀਏ। ਮਹਾਰਾਜ ਆਪਣੇ ਵਿਚਾਰ ਆਪ ਕਰਾ ਲੈਣ ਰਸਨਾ ਤੇ ਬਿਰਾਜਮਾਨ ਹੋ ਕਰਕੇ। ਸੋ ਸਾਰਿਆਂ ਨੇ ਸਾਹਿਬਾਂ ਨੂੰ ਸੀਸ ਝੁਕਾਉਣਾ, ਅਸੀਸਾਂ ਬਖਸ਼ਣੀਆਂ, ਪਿਆਰ ਨਾਲ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ ਜੀ। ਜੀਵਨ ਦਾ ਜੋ ਏਮ ਹੈ ਉਹ ਹੈ ਪ੍ਰਭੂ ਹੋਣਾ। ਮਨੁੱਖੀ ਜੀਵਨ ਦਾ ਜੋ ਮਕਸਦ ਹੈ ਉਹ ਹੈ ਪ੍ਰਭੂ ਦੇ ਵਿੱਚ ਅਭੇਦ ਹੋਣਾ। ਜਦੋਂ ਵੀ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ,
ਸੰਸਾਰ ਦੇ ਵਿੱਚ ਆਉਣ ਤੋਂ ਬਾਅਦ ਸੰਸਾਰ ਦੇ ਜਿਹੜੇ ਪਦਾਰਥ ਨੇ ਉਹ ਸਾਨੂੰ ਹੋਰ ਪਾਸੇ ਲੈ ਜਾਂਦੇ ਹਨ ਔਰ ਅਸੀਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਾਂ ਔਰ ਇਹ ਮਾਇਆ ਸਾਡੀ ਸੁਰਤ ਨੂੰ ਖੰਡਾ ਕੇ ਰੱਖ ਦਿੰਦੀ ਹੈ ਔਰ ਇੱਕ ਤ੍ਰਿਸ਼ਨਾ ਦਾ ਜਨਮ ਹੁੰਦਾ ਹੈ ਜਿਹੜੀ ਸਾਨੂੰ ਕਦੀ ਟਿਕਣ ਨਹੀਂ ਦਿੰਦੀ। ਉਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨਾ ਨਾਸੀ। ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਦੀ ਤ੍ਰਿਸ਼ਨਾ ਮਿਟੀ ਨਹੀਂ। ਪਿਆਰ ਵਾਲਿਓ, ਸੱਚ ਜਾਣਨਾ, ਇਸ ਤ੍ਰਿਸ਼ਨਾ ਨੇ ਹਿਰਦੇ ਦੇ ਵਿੱਚੋਂ ਰਸ ਖਤਮ ਕਰ ਦਿੱਤਾ, ਅੰਦਰ ਦਾ ਟਿਕਾਓ ਖਤਮ ਹੋ ਗਿਆ ਤੇ ਆਪਣਾ ਸਹੀ ਮਾਰਗ ਜਿਹੜਾ ਸੀ ਉਸ ਤੋਂ ਵੀ ਅਸੀਂ ਖੁੰਝ ਗਏ ਹਾਂ। ਇਸ ਕਰਕੇ ਗੁਰਦੇਵ ਪਿਤਾ ਸਾਨੂੰ ਆਖਦੇ ਨੇ ਕਿਤੇ ਜੀਵਨ ਵੱਲ ਧਿਆਨ ਦੇਈ, ਇਸ ਮਨੁੱਖੀ ਜੀਵਨ ਨੂੰ ਧਿਆਨ ਨਾਲ ਤੱਕੀ ਕਿ ਇਹ ਮਨੁੱਖੀ ਜੀਵਨ ਜਿਹੜਾ ਤੈਨੂੰ ਪ੍ਰਾਪਤ ਹੋਇਆ ਹੈ ਇਹ ਜੀਵਨ ਤੈਨੂੰ ਵਾਸਨਾਵਾਂ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ ਤੇ ਜੇ ਤੂੰ ਵਾਸਨਾ ਦੇ ਵਿੱਚ ਪੈ ਗਿਆ, ਸੰਸਾਰ ਦੇ ਪਦਾਰਥਾਂ ਦੀਆਂ ਇਹਨਾਂ ਖੁਆਇਸ਼ਾਂ ਨੂੰ ਪੂਰੀ ਕਰਨ ਵਿੱਚ ਪੈ ਗਿਆ ਕਿ ਮੈਂ ਇਹ ਵੀ ਕੰਮ ਕਰ ਲਵਾਂ, ਇਹ ਖੁਆਇਸ਼ ਪੂਰੀ ਕਰ ਲਵਾਂ, ਇਹ ਚੀਜ਼ ਪ੍ਰਾਪਤ ਕਰ ਲਵਾਂ, ਇਹ ਚੀਜ਼ ਪ੍ਰਾਪਤ ਕਰ ਲਵਾਂ, ਤੇ ਸੱਚ ਜਾਣੀ ਸਤਿਗੁਰ ਕਹਿੰਦੇ ਫਿਰ ਤੇਰੀ ਖੁਆਇਸ਼ ਕਦੀ ਪੂਰੀ ਨਹੀਂ ਹੋਣੀ। ਕਿਉਂਕਿ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੀ ਕੀ ਹੀ ਬੁਝੀ ਹੈ, ਏਕ ਜੋਰੇ ਲੱਖ ਕਰੋਰੇ ਪਰੈ ਪਰੈ ਕੋ ਹੀ ਲੁਝੀ ਰੇ। ਇਹ ਤ੍ਰਿਸ਼ਨਾ ਜਿਹੜੀ ਹੈ ਪਿਆਰਿਓ ਨਾ, ਇਹ ਕਿਸੇ ਵਿਰਲੇ ਮਨੁੱਖ ਦੀ ਬੁਝਦੀ ਹੈ। ਮਨੁੱਖ ਇੱਕ ਜੋੜਦਾ ਲੱਖਾਂ ਦੀ ਤ੍ਰਿਸ਼ਨਾ ਲੱਗ ਜਾਂਦੀ, ਲੱਖ ਜੋੜਦਾ ਕਰੋੜਾਂ ਦੀ ਤ੍ਰਿਸ਼ਨਾ ਲੱਗ ਜਾਂਦੀ ਹੈ। ਇਹ ਤ੍ਰਿਸ਼ਨਾ ਛੇਤੀ ਕਰਕੇ ਪਿਆਰ ਵਾਲਿਓ ਬੁਝਦੀ ਨਹੀਂ ਹੈ। ਔਰ ਸੱਚ ਇਹ ਵੇ ਕਿ ਇਹ ਤ੍ਰਿਸ਼ਨਾ ਹੀ ਹੈ ਜਿਹੜੀ ਮਨੁੱਖ ਨੂੰ ਅਧਿਆਤਮ ਤੋਂ ਤੋੜ ਕੇ ਸੰਸਾਰ ਦੇ ਵਿੱਚ ਗਲਤਾਨ ਕਰ ਦਿੰਦੀ ਹੈ ਔਰ ਮਨੁੱਖ ਫਿਰ ਸੰਸਾਰ ਦੀ ਮਾਇਆ ਦਾ ਜੱਫਾ ਪਾਉਣ ਦਾ ਯਤਨ ਕਰਦਾ ਵੀ ਮੈਂ ਇਹ ਵੀ ਪ੍ਰਾਪਤ ਕਰ ਲਵਾਂ, ਮੈਂ ਇਹ ਵੀ ਪ੍ਰਾਪਤ ਕਰ ਲਵਾਂ, ਇਹ ਵੀ ਪ੍ਰਾਪਤ ਕਰ ਲਵਾਂ। ਉਸ ਰਸਤੇ ਤੇ ਗਿਆ ਮਨੁੱਖ ਪਿਆਰ ਵਾਲਿਓ ਸੱਚ ਜਾਣਨਾ ਵਾਪਿਸ ਨਹੀਂ ਮੁੜਦਾ। ਇਸ ਕਰਕੇ ਗੁਰਬਾਣੀ ਇੱਕ ਗੱਲ ਸਮਝਾਉਂਦੀ ਹੈ, ਜਿਸ ਮਾਇਆ ਦੇ ਮਗਰ ਲੱਗ ਕੇ ਤੂੰ ਆਪਣੇ ਆਪ ਨੂੰ ਖੱਜਲ ਖੁਆਰ ਕਰ ਰਿਹਾ, ਆਪਣੇ ਜੀਵਨ ਨੂੰ ਜਿਸ ਰਸਤੇ ਤੇ ਤੂੰ ਤੋਰਿਆ ਹੋਇਆ, ਭਾਵੇਂ ਸੰਸਾਰ ਦਾ ਬਹੁਤ ਧਨ ਪਦਾਰਥ ਤੂੰ ਇਕੱਠਾ ਕਰ ਲਏਂਗਾ, ਸੰਸਾਰ ਦੇ ਪਦਾਰਥ ਤੇਰੇ ਕੋਲ ਆ ਜਾਣਗੇ ਪਰ ਇਹ ਤੇਰੇ ਆਪ ਦੇ ਨਹੀਂ। ਕਿਉਂਕਿ ਇਹ ਤਾਂ ਪਦਾਰਥ ਉਨਾ ਚਿਰ ਤੇਰੇ ਨੇ ਜਦੋਂ ਤੱਕ ਤੇਰੇ ਵਿੱਚ ਜਿੰਦ ਹੈ, ਜਾਨ ਹੈ, ਪਰਮਾਤਮਾ ਨੇ ਤੇਰੇ ਵਿੱਚ ਆਪਣੀ ਆਤਮਾ ਟਿਕਾਈ ਹੈ। ਔਰ ਜਿਸ ਦਿਨ ਤੇਰੇ ਵਿੱਚੋਂ ਪਰਮਾਤਮਾ ਨੇ ਸਵਾਸ ਖਿੱਚ ਲਏ, ਸੱਚ ਜਾਣਨਾ ਇਸ ਸਰੀਰ ਦਾ ਆਸਰਾ ਵਿੱਚੋਂ ਨਿਕਲਿਆ ਨਹੀਂ, ਜਿੰਦ ਵਿੱਚੋਂ ਨਿਕਲੀ ਨਹੀਂ ਤੇ ਇਸ ਸਰੀਰ ਨੇ ਮਰ ਜਾਣਾ। ਤੇ ਸੱਚ ਇਹ ਵੇ ਕਿ ਮਰਿਆ ਹੋਇਆ ਜਿਹੜਾ ਸਰੀਰ ਹੈ, ਜਿਸ ਦਾ ਤੂੰ ਮਾਲਕ ਬਣ ਕੇ ਬੈਠਾ ਹੋਇਆ ਸੀ, ਜਿਸ ਕਰਕੇ ਤ੍ਰਿਸ਼ਨਾ ਕਰਕੇ ਆਪਣੇ ਸਹੀ ਮਾਰਗ ਤੋਂ ਥਿੜਕ ਗਿਆ ਸੀ, ਤ੍ਰਿਸ਼ਨਾ ਦੇ ਮਾਰਗ ਤੇ ਤੁਰਿਆ ਸੀ, ਤੇ ਉਸ ਦਿਨ ਕੀ ਹੋਣਾ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਜਿੱਦਾਂ ਤੂੰ ਸੰਸਾਰ ਤੋਂ ਜਾਏਗਾ ਨਾ, ਤੇ ਜਿਸ ਦੇ ਉੱਤੇ ਤੂੰ ਮਾਣ ਕਰਦਾ ਸੀ, ਜਿਸ ਤ੍ਰਿਸ਼ਨਾ ਦੇ ਪਿੱਛੇ ਦਿਨ ਰਾਤ ਦੌੜਿਆ ਸੀ, ਜਿਸ ਨਾਲ ਮਰੇਗਾ ਤੇ ਇਸ ਸਾਰੇ ਧਨ ਪਦਾਰਥਾਂ ਦਾ ਮਾਲਕ ਕੋਈ ਹੋਰ ਬਣ ਕੇ ਬਹਿ ਜਾਵੇਗਾ। ਇੱਕ ਨਹੀਂ ਕਈ ਕਈ ਮਾਲਕ ਇਸਦੇ ਆ ਜਾਣਗੇ। ਹਰ ਇੱਕ ਮਨੁੱਖ ਆਪਣਾ ਆਪਣਾ ਹੱਕ ਜਤਾਵੇਗਾ, ਪਰਿਵਾਰ ਦੇ ਜੀ, ਬੱਚੇ, ਹੋਰ ਰਿਸ਼ਤੇਦਾਰ, ਸਾਗ ਸੰਬੰਧੀ। ਅਤੇ ਤੈਨੂੰ ਆਪਣੀ ਮੰਜ਼ਿਲ ਨਸੀਬ ਨਹੀਂ ਹੋਏਗੀ। ਇਸ ਕਰਕੇ ਬਾਬਾ ਫਰੀਦ ਜੀ ਆਖ ਰਹੇ ਨੇ ਕਿ ਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਹੈ, ਆਪਣੇ ਮਨੁੱਖਾ ਜੀਵਨ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੁੰਦਾ, ਵੀ ਇਹ ਮਨੁੱਖਾ ਜੀਵਨ ਵਿਅਰਥ ਨਾ ਜਾਵੇ, ਇਹ ਸਫਲਾ ਹੋਵੇ, ਉਸ ਵਾਸਤੇ ਜ਼ਰੂਰੀ ਹੈ ਸਬਰ ਮੰਜ ਕਮਾਨ, ਇਹ ਸਬਰ ਕਾ ਨਿਹਣੋ। ਜੇ ਮਨ ਵਿੱਚ ਇਹ ਸਬਰ ਦੀ ਕਮਾਨ ਹੋਵੇ, ਭਾਵ ਕਿ ਤੇਰੇ ਮਨ ਦੇ ਅੰਦਰ ਸੰਤੋਖ ਹੋਵੇ, ਤੇਰੇ ਮਨ ਦੇ ਅੰਦਰ ਹੈ ਬੜਾ ਔਖਾ ਜੀ। ਸਬਰ ਬਾਰੇ ਕਹਿਣਾ ਹੈ, ਪਰ ਸਬਰ ਛੇਤੀ ਕਰਕੇ ਬੰਦੇ ਨੂੰ ਆਉਂਦਾ ਨਹੀਂ। ਔਰ ਸਬਰ ਤੋਂ ਬਿਨਾਂ, ਸੰਤੋਖ ਤੋਂ ਬਿਨਾਂ ਮਨੁੱਖ ਅੱਜ ਤੱਕ ਰਜਿਆ ਨਹੀਂ ਕੋਈ ਵੀ।
ਜਿਹੜੇ ਦੁਨੀਆ ਦੇ ਪਦਾਰਥ ਨੇ, ਸੰਸਾਰ ਦੀ ਇਹ ਤ੍ਰਿਸ਼ਨਾ ਹੈ। ਅੱਜ ਤੱਕ ਇੱਕ ਵੀ ਮਨੁੱਖ ਐਸਾ ਨਹੀਂ ਜਿਹੜਾ ਤ੍ਰਿਸ਼ਨਾ ਦੇ ਰਸਤੇ ਤੇ ਗਿਆ ਹੋਵੇ ਤੇ ਕਦੀ ਉਸ ਨੂੰ ਜੀਵਨ ਵਿੱਚ ਸੰਤੋਖ ਦੀ ਪ੍ਰਾਪਤੀ ਹੋਈ ਹੋਵੇ, ਜਾਂ ਜੀਵਨ ਸਬਰ ਦੇ ਨਾਲ ਭਰ ਗਿਆ ਹੋਵੇ। ਖਿਆਲ ਕਰਨਾ, ਉਹ ਤ੍ਰਿਸ਼ਨਾ ਦੇ ਅਧੀਨ ਜਾਣ ਵਾਲਾ ਜਿਹੜਾ ਮਨੁੱਖ ਹੈ ਉਹ ਇਸ ਪਾਸੇ ਤੁਰਿਆ ਚਲਾ ਜਾਂਦਾ ਹੈ। ਪਿਆਰ ਵਾਲਿਓ, ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਪਰ ਇਹ ਕਦੀ ਉਸ ਰਸਤੇ ਤੇ ਗਿਆ ਰਜਦਾ ਨਹੀਂ। ਉਸ ਨੂੰ ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਨਹੀਂ ਕੋਈ ਰਜਦਾ, ਸਬਰ ਤੋਂ ਬਿਨਾਂ ਕੋਈ ਨਹੀਂ ਰਜਦਾ। ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ਕਿ ਇੱਕ ਰਾਜੇ ਕੋਲ ਬਹੁਤ ਧਨ ਸੀ, ਬਹੁਤ ਸਾਰੇ ਪਦਾਰਥ ਸਨ, ਪਰ ਅੰਦਰ ਸੰਤੋਖ ਨਹੀਂ ਸੀ, ਸਬਰ ਨਹੀਂ ਸੀ। ਪਿਆਰ ਵਾਲਿਓ, ਸੱਚ ਜਾਣਨਾ, ਉਸਨੇ ਸਾਰੇ ਰਾਜ ਦੇ ਵਿੱਚੋਂ ਜੋ ਵੀ ਧਨ ਪਦਾਰਥ ਲੋਕਾਂ ਕੋਲ ਸਨ ਸਾਰੇ ਇਕੱਠੇ ਕਰ ਲਏ। ਜਦੋਂ ਤ੍ਰਿਸ਼ਨਾ ਦੇ ਅਧੀਨ ਭਰਿਆ ਮਨੁੱਖ ਕਿਤੇ ਰਾਜ ਪਾਠ ਵੀ ਕਰਦਾ ਹੈ ਨਾ, ਖਿਆਲ ਕਰਨਾ, ਉਹਦਾ ਇੱਕੋ ਹੀ ਖਿਆਲ ਹੁੰਦਾ ਹੈ, ਮੇਰੇ ਖਜ਼ਾਨੇ ਭਰ ਜਾਣ, ਮੇਰੇ ਖਜ਼ਾਨਿਆਂ ਵਿੱਚ ਇਤਨਾ ਧਨ ਹੋਵੇ ਕਿ ਮੇਰੀ ਪ੍ਰਜਾ ਵਿੱਚ ਦੇ ਕੋਲ ਇੱਕ ਵੀ ਪੈਸਾ ਨਾ ਹੋਵੇ। ਉਹ ਮੇਰੇ ਦਰ ਦੇ ਸਵਾਲੀਏ ਹੋਣ, ਮੰਗਤੇ ਹੋਣ, ਮੇਰੇ ਅੱਗੇ ਆ ਕੇ ਹੱਥ ਅੱਡਣ। ਤ੍ਰਿਸ਼ਨਾਲੂ ਮਨੁੱਖ ਦੀ ਇਹ ਬਿਰਤੀ ਹੁੰਦੀ ਹੈ। ਉਸਨੇ ਪ੍ਰਜਾ ਨੂੰ ਰੱਜ ਕੇ ਲੁੱਟਿਆ। ਜਿੱਥੇ ਵੀ ਕਿਤੇ ਪਤਾ ਲੱਗਦਾ, ਸਭ ਦਾ ਧਨ ਖੋ ਕੇ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਸੀ। ਪਰ ਮਨੁੱਖ ਦੇ ਵਿੱਚ ਦੁੱਖ ਹੋਰ ਵੱਧਦਾ ਜਾ ਰਿਹਾ ਸੀ, ਪਰੇਸ਼ਾਨੀ ਹੋਰ ਵੱਧਦੀ ਜਾ ਰਹੀ ਸੀ, ਚਿੰਤਾ ਹੋਰ ਵੱਧਦੀ ਜਾ ਰਹੀ ਸੀ। ਅੰਦਰ ਕੋਈ ਸ਼ਾਂਤੀ ਨਹੀਂ ਸੀ, ਸਹਿਜ ਨਹੀਂ ਸੀ, ਖੁਸ਼ੀ ਨਹੀਂ, ਖੇੜਾ ਨਹੀਂ, ਆਨੰਦ ਨਹੀਂ ਜੀਵਨ ਦੇ ਅੰਦਰ। ਉਸਨੇ ਆਪਣੇ ਵਜ਼ੀਰ ਨੂੰ ਗੱਲ ਕੀਤੀ ਵੀ ਇੱਕ ਗੱਲ ਦੱਸ, ਵੀ ਕੋਈ ਐਸੀ ਵੀ ਥਾਂ ਹੈ, ਕੋਈ ਐਸਾ ਵੀ ਮਨੁੱਖ ਹੈ ਜਿਹੜਾ ਕਿ ਮੇਰੇ ਜੀਵਨ ਦੇ ਅੰਦਰ ਸੰਤੋਖ ਦਾ ਜਨਮ ਕਰਾ ਦੇਵੇ, ਮੈਨੂੰ ਸਬਰ ਆ ਜਾਏ। ਵਜ਼ੀਰ ਨੇ ਦੱਸਿਆ, ਹਾਂ, ਇੱਕ ਸਾਧੂ ਹੈ, ਪਰ ਜੇ ਤੈਨੂੰ ਸਬਰ ਚਾਹੀਦਾ, ਸੰਤੋਖ ਚਾਹੀਦਾ, ਤੇ ਸਾਨੂੰ ਉਸਦੇ ਕੋਲ ਜਾਣਾ ਪਏਗਾ। ਕਹਿੰਦੇ, ਮੈਂ ਜਿੱਥੇ ਆਖੇਂਗਾ ਉੱਥੇ ਜਾਣ ਵਾਸਤੇ ਤਿਆਰ ਹਾਂ, ਪਰ ਮੇਰੀ ਚਿੰਤਾ ਵੱਧਦੀ ਜਾ ਰਹੀ ਹੈ, ਮੇਰੀ ਭਟਕਣਾ ਵੱਧਦੀ ਜਾ ਰਹੀ ਹੈ। ਮੈਂ ਆਪਣੀ ਭਟਕਣਾ, ਆਪਣੀ ਚਿੰਤਾ ਨੂੰ ਮੁਕਾਉਣਾ ਚਾਹੁੰਦਾ। ਇੱਕ ਖਿਆਲ ਕਰਿਓ ਪਿਆਰ ਵਾਲਿਓ, ਜਿੰਨਾ ਚਿਰ ਅਸੀਂ ਇਸ ਮਾਰਗ ਤੇ ਤੁਰਾਂਗੇ, ਕਦੀ ਨਾ ਚਿੰਤਾ ਮਿਟੇਗੀ, ਨਾ ਅੰਦਰ ਜੀਵਨ ਦੇ ਵਿੱਚੋਂ ਭਟਕਣਾ ਮਿਟੇਗੀ। ਸੱਚ ਜਾਣਨਾ, ਉਹ ਮਹਾਤਮਾ ਦੇ ਕੋਲ ਪਹੁੰਚੇ, ਬੜਾ ਗੁਰਮੁਖ ਸੀ। ਉਸਨੇ ਸਵਾਲ ਕੀਤਾ ਕਿ ਮੈਨੂੰ ਪਤਾ ਹੈ ਕਿ ਮੇਰੇ ਕੋਲ ਇਤਨਾ ਧਨ ਹੈ, ਇਤਨਾ ਧਨ ਮੇਰੀ ਸਾਰੀ ਪ੍ਰਜਾ ਦੇ ਕੋਲ ਨਹੀਂ ਜਿਤਨਾ ਮੇਰੇ ਇਕੱਲੇ ਦੇ ਕੋਲ ਹੈ, ਪਰ ਅੰਦਰ ਭਟਕਣਾ ਨਹੀਂ ਮੁੱਕਦੀ, ਅੰਦਰ ਤ੍ਰਿਸ਼ਨਾ ਨਹੀਂ ਮੁੱਕਦੀ। ਹੋਰ ਦੀ ਜਿਹੜੀ ਹੈ ਆਵਾਜ਼ ਅੰਦਰੋਂ ਆਉਂਦੀ ਹੈ, ਹੋਰ ਇਕੱਠਾ ਕਰ ਲੈ, ਹੋਰ ਇਕੱਠਾ ਕਰ ਲੈ, ਪਰ ਮੈਂ ਇਹ ਭਟਕਣਾ ਤੋਂ ਬਚਣਾ ਚਾਹੁੰਦਾ। ਉਸ ਗੁਰਮੁਖ ਪਿਆਰੇ ਨੇ ਇਸ ਦੇ ਸਵਾਲ ਨੂੰ ਬੜੇ ਧਿਆਨ ਨਾਲ ਸੁਣਿਆ, ਇਸ ਦੇ ਹਾਵ ਭਾਵ ਨੂੰ ਦੇਖਿਆ, ਸਵਾਲ ਕਰਨ ਦੇ ਢੰਗ ਨੂੰ ਦੇਖਿਆ, ਕਿਉਂਕਿ ਬੰਦੇ ਦੇ ਸਵਾਲ ਕਰਨ ਦੇ ਢੰਗ ਤੋਂ ਪਤਾ ਲੱਗਦਾ ਵੀ ਇਹ ਸਵਾਲ ਦਿਮਾਗ ਤੋਂ ਕਰ ਰਿਹਾ ਜਾਂ ਦਿਲ ਤੋਂ ਕਰ ਰਿਹਾ। ਕਿਉਂਕਿ ਬਹੁਤਾਤ ਦੇ ਅੰਦਰ ਜਿਹੜੇ ਸਵਾਲ ਦਿਮਾਗ ਤੋਂ ਕੀਤੇ ਜਾਂਦੇ ਨੇ, ਉਹਨਾਂ ਦਾ ਜਵਾਬ ਦੇਣ ਦਾ ਵੀ ਕੋਈ ਲਾਭ ਨਹੀਂ, ਕਿਉਂਕਿ ਉਹ ਤਾਂ ਕੇਵਲ ਦਿਮਾਗੀ ਘੁੰਤਰ ਹੈ, ਜਿਹੜੀ ਮਨੁੱਖ ਦੇ ਅੰਦਰ ਚਲਾਕੀਆਂ ਘੁੰਮ ਰਹੀਆਂ ਨੇ। ਤਾਈ ਮਹਾਰਾਜ ਨੇ ਕਿਹਾ ਸੀ ਕਿ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈ ਹੈ, ਵੀ ਚਤੁਰਾਈ ਸਿਆਣਪਾ ਕਿਤੇ ਕੰਮ ਨਹੀਂ ਆਉਂਦੀਆਂ। ਕਈ ਵਾਰੀ ਮਨੁੱਖ ਚਤੁਰਾਈਆਂ ਦੇ ਨਾਲ ਵੀ ਲੋਕਾਂ ਦੇ ਨਾਲ ਸਵਾਲ ਜਵਾਬ ਕਰਦਾ ਹੈ। ਦੇਖਿਆ ਕਿ ਇਹਦਾ ਸਵਾਲ ਬਾਕੀ ਦਿਲੋਂ ਹੈ, ਇਸ ਦੇ ਅੰਦਰੋਂ ਜੋ ਸਵਾਲ ਆ ਰਿਹਾ ਨਾ, ਆਵਾਜ਼ ਜਿਹੜੀ ਨਿਕਲ ਰਹੀ ਹੈ ਉਹ ਦਿਲ ਤੋਂ ਨਿਕਲ ਰਹੀ ਹੈ। ਇਹ ਦਿਲੋਂ ਹੀ ਸਬਰ ਚਾਹੁੰਦਾ ਹੈ। ਇਸਨੇ ਆਖਿਆ, ਰਾਜਨ, ਤੈਨੂੰ ਸਬਰ ਤੇ ਪ੍ਰਾਪਤ ਹੋ ਜਾਏਗਾ, ਪਰ ਜੋ ਮੈਂ ਕਰਾਂਗਾ
ਉਹ ਤੈਨੂੰ ਸਭ ਕਬੂਲ ਕਰਨਾ ਪੈਣਾ ਹੈ। ਆ ਮੇਰੇ ਨਾਲ ਚੱਲ ਪਏ। ਜੰਗਲਾਂ 'ਚ ਚਲੇ ਗਏ। ਖੂਹ ਸੀ, ਖੂਹ ਕੋਲ ਪਹੁੰਚ, ਉੱਥੇ ਇੱਕ ਬਾਲਟੀ ਸੀ ਟੁੱਟੀ ਹੋਈ, ਜਿਹਦਾ ਥੱਲਾ ਨਹੀਂ ਸੀ। ਉਹਦੇ ਵਿੱਚ ਰੱਸੀ ਬੰਨ੍ਹ ਲਈ ਔਰ ਇਸ ਰਾਜਨ ਨੂੰ ਕਿਹਾ ਕਿ ਜੇ ਤੂੰ ਆਪਣੇ ਸਵਾਲ ਦਾ ਜਵਾਬ ਚਾਹੁੰਦਾ ਤੇ ਇਸ ਖੂਹ ਦੇ ਵਿੱਚੋਂ ਪਾਣੀ ਕੱਢ। ਹੁਣ ਬਾਲਟੀ 'ਚ ਰੱਸੀ ਬੰਨੀ, ਪਰ ਉਹਦਾ ਥੱਲਾ ਨਹੀਂ ਸੀ। ਰਾਜਾ ਖੂਹ 'ਚ ਬਾਲਟੀ ਪਾਉਂਦਾ, ਉੱਪਰ ਕੱਢਦਾ, ਪਾਣੀ ਨਹੀਂ ਆਉਂਦਾ, ਫਿਰ ਪਾਉਂਦਾ। ਔਰ ਇਸ ਗੁਰਮੁਖ ਪਿਆਰੇ ਨੇ ਕਿਹਾ, ਰਾਜਨ ਉਨਾ ਚਿਰ ਤੂੰ ਇਹ ਬਾਲਟੀ ਪਾਣੀ ਵਿੱਚ ਪਾਈ ਜਾਣੀ ਜਿੰਨਾ ਚਿਰ ਮੈਂ ਨਾ ਰੁਕਾਂ। ਹੁਣ 1 ਵਾਰੀ ਪਾਈ, 2 ਵਾਰੀ ਪਾਈ, ਆਖਿਰਕਾਰ ਇਹ ਰੁਕ ਗਿਆ। ਕਹਿਣ ਲੱਗਾ, ਕਹਿੰਦੇ ਪਾਣੀ ਬਾਹਰ ਕਿਵੇਂ ਆ ਸਕਦਾ ਹੈ? ਉਹ ਆਖਣ ਲੱਗੇ, ਪਾਣੀ ਬਾਹਰ ਆਉਣ ਦੀ ਗੱਲ ਨਹੀਂ, ਮੈਂ ਤੈਨੂੰ ਕਿਹਾ ਵੀ ਬਾਲਟੀ ਖੂਹ 'ਚ ਪਾ ਤੇ ਉੱਪਰ ਕੱਢ ਲੈ। ਇਸ ਨੇ ਹੋਰ ਪਾਈਆਂ, 2-4 ਵਾਰੀ, 10 ਵਾਰੀ, 11-12 ਵਾਰੀ ਇਸ ਨੇ ਬਾਲਟੀ ਪਾਈ ਖੂਹ 'ਚ। ਇਹ ਆਖਣ ਲੱਗਾ ਵੀ ਮੇਰੇ ਸਵਾਲ ਨਾਲੋਂ ਤਾਂ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਇਸ ਬਾਲਟੀ ਵਿੱਚ ਪਾਣੀ ਨਹੀਂ ਆ ਸਕਦਾ, ਕਿਉਂਕਿ ਇਹਦਾ ਥੱਲਾ ਨਹੀਂ ਹੈ। ਤੇ ਬਾਰ-ਬਾਰ ਪਾਣੀ ਵਿੱਚ ਇਸ ਬਾਲਟੀ ਨੂੰ ਪਾਉਣ ਦਾ ਲਾਭ ਕੀ ਹੈ? ਜਿਸ ਦੇ ਨਾਲ ਪਾਣੀ ਨਹੀਂ ਆਉਣਾ ਉੱਤੇ, ਤੇ ਤੁਸੀਂ ਕਹਿ ਰਹੇ ਹੋ ਕਿ ਪਾਣੀ 'ਚ ਪਾ ਤੇ ਕੱਢ ਲੈ, ਪਾਣੀ 'ਚ ਪਾ ਤੇ ਕੱਢ ਲੈ। ਇਹ ਕਿਵੇਂ ਹੋ ਸਕਦਾ ਵੀ ਇਹਦੇ ਨਾਲ ਜਦ ਪਾਣੀ ਨਹੀਂ ਆਉਣਾ ਤੇ ਇਸ ਕੰਮ ਕਰਨ ਦਾ ਲਾਭ ਕੀ ਹੈ? ਉਸ ਮਹਾਤਮਾ ਨੇ, ਰੱਬ ਦੀ ਪਿਆਰੀ ਆਤਮਾ ਨੇ ਕਿਹਾ, ਦੇਖ ਸੱਚਾਈ ਇਹ ਹੈ, ਜਿਸ ਤਰ੍ਹਾਂ ਮੈਂ ਤੈਨੂੰ ਕਿਹਾ ਖੂਹ 'ਚ ਇਹ ਬਾਲਟੀ ਪਾ, ਔਰ ਤੂੰ 10-11 ਵਾਰੀ ਬਾਲਟੀ ਵਗਾਈ, ਖੂਹ 'ਚ ਪਾਈ, ਤੂੰ ਪਰੇਸ਼ਾਨ ਹੋ ਗਿਆ। ਤੂੰ ਕਹਿੰਦਾ ਇਹਦਾ ਫਾਇਦਾ ਕੀ ਹੈ? ਪਰ ਜ਼ੁਲਮ ਦੀ ਬਾਲਟੀ ਤੂੰ ਬਚਪਨ ਤੋਂ ਵਗਾਉਂਦਾ ਆ ਰਿਹਾ ਹੈ, ਲੋਕਾਂ ਦੇ ਉੱਤੇ ਜ਼ੁਲਮ ਕਰਦਾ ਆ ਰਿਹਾ ਹੈ, ਆਪਣੀ ਪ੍ਰਜਾ ਦੇ ਉੱਤੇ ਜ਼ੁਲਮ ਕਰਦਾ ਆ ਰਿਹਾ ਹੈ। ਤੇਰੇ ਜੀਵਨ ਵਿੱਚ ਵੀ ਸੰਤੋਖ ਦਾ ਥੱਲਾ ਨਹੀਂ ਹੈ। ਜ਼ੁਲਮ ਕਰਦਾ ਰਹੇਗਾ, ਇਸ ਤਰ੍ਹਾਂ ਹੀ ਬਾਲਟੀ ਵਗਾਉਂਦਾ ਰਹੇਗਾ, ਪਰ ਜਦੋਂ ਤੱਕ ਤੇਰੇ ਅੰਦਰ ਸੰਤੋਖ ਦਾ ਥੱਲਾ ਨਹੀਂ, ਤੈਨੂੰ ਸਬਰ ਦੀ ਪ੍ਰਾਪਤੀ ਨਹੀਂ ਹੋਣੀ। ਔਰ ਸਬਰ ਤੋਂ ਬਿਨਾਂ ਭਟਕਣਾ ਨਹੀਂ ਮਿਟਣੀ, ਸਬਰ ਤੋਂ ਬਿਨਾਂ ਦੁੱਖ ਨਹੀਂ ਮਿਟਣਾ। ਜ਼ਿੰਦਗੀ ਦਾ ਇੱਕ ਏਮ ਹੈ ਜੋ ਬਾਬਾ ਫਰੀਦ ਜੀ ਕਹਿੰਦੇ, ਉਹ ਇੱਕੋ ਹੀ ਹੈ ਕਿ ਜੇ ਆਪਣੀ ਭਟਕਣਾ ਮਿਟਾਉਣਾ ਚਾਹੁੰਦੇ ਆ, ਆਪਣਾ ਦੁੱਖ ਮਿਟਾਉਣਾ ਚਾਹੁੰਦੇ, ਬਾਬਾ ਫਰੀਦ ਜੀ ਕਹਿੰਦੇ ਫਿਰ ਜੀਵਨ ਵਿੱਚ ਇੱਕ ਆਧਾਰ ਬਣਾ ਲੈ ਕਿ ਸਬਰ ਤੇਰੇ ਜੀਵਨ ਦਾ ਆਧਾਰ ਬਣ ਜਾਏ। ਸੰਤੋਖ, ਸਬਰ, ਰਜੇਵਾਂ, ਤ੍ਰਿਪਤੀ। ਕਿਉਂਕਿ ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਪਿਆਰ ਵਾਲਿਓ ਸੱਚ ਜਾਣਨਾ, ਜੇ ਅੰਦਰ ਸਤਿਗੁਰੂ ਅਮਰਦਾਸ ਪਿਤਾ ਕਹਿੰਦੇ ਕਿ ਅੰਦਰ ਤ੍ਰਿਪਤੀ ਆ ਗਈ ਨਾ, ਅੰਦਰ ਸੰਤੋਖ ਆ ਗਿਆ, ਫਿਰ ਤ੍ਰਿਸ਼ਨਾ ਦੀ ਭੁੱਖ ਕਦੀ ਨਹੀਂ ਬੰਦੇ ਨੂੰ ਲੱਗਦੀ। ਇਹ ਭੁੱਖ ਹੀ ਹੈ ਜਿਹੜੀ ਸਾਨੂੰ ਕਦੀ ਜੀਵਨ ਦੇ ਅੰਦਰ ਸੁਖੀ ਨਹੀਂ ਹੋਣ ਦਿੰਦੀ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਸੰਸਾਰ ਦੇ ਲੋਕੋ ਸਬਰ ਮੰਜ ਕਮਾਨ, ਇਹ ਸਬਰ ਕਾ ਨਿਹਣੋ। ਜੇ ਮਨ ਵਿੱਚ ਇਹ ਸਬਰ ਦੀ ਕਮਾਨ ਹੋਵੇ, ਜੇ ਸਬਰ ਦੀ ਕਮਾਨ ਦਾ ਚਿੱਲਾ ਹੋਵੇ, ਨਿਹਣੋ ਕਹਿੰਦੇ ਨੇ ਚਿੱਲੇ ਨੂੰ, ਆਓ ਕਿ ਸਬਰ ਦੀ ਹੀ ਕਮਾਨ ਹੋਵੇ, ਸਬਰ ਦਾ ਹੀ ਚਿੱਲਾ ਚੜਿਆ ਹੋਵੇ, ਸਬਰ ਸੰਦਾ ਬਾਣ ਤੇ ਸਬਰ ਦਾ ਹੀ ਤੀਰ ਹੋਵੇ। ਹੁਣ ਦੇਖੋ ਜਿਹੜਾ ਕਮਾਨ ਹੈ ਨਾ, ਕਮਾਨ ਕਿਉਂ ਚਲਾਈ ਜਾਂਦੀ ਸੀ? ਸ਼ਿਕਾਰ ਕਰਨ ਵਾਸਤੇ, ਕੋਈ ਨਿਸ਼ਾਨਾ ਲਗਾਉਣ ਵਾਸਤੇ। ਕਿਉਂਕਿ ਚਿੱਲੇ ਦੇ ਉੱਤੇ ਜਦੋਂ ਬਾਣ ਚਾੜਿਆ ਜਾਂਦਾ ਸੀ, ਤੀਰ ਚਾੜਿਆ ਜਾਂਦਾ ਸੀ, ਇਸ ਕਰਕੇ ਕਿ ਸ਼ਿਕਾਰ ਕੀਤਾ ਜਾ ਸਕੇ, ਕੋਈ ਨਿਸ਼ਾਨਾ ਸਹੀ ਲਗਾਇਆ ਜਾ ਸਕੇ। ਮਹਾਰਾਜ ਜੀ ਕਹਿੰਦੇ ਨੇ, ਤੇਰੇ ਜੀਵਨ ਵਿੱਚ ਜੇ 3 ਚੀਜ਼ਾਂ ਆ ਗਈਆਂ, ਸਬਰ ਮੰਜ ਕਮਾਨ, ਜੇ ਮਨ ਵਿੱਚ ਇਹ ਸਬਰ ਦੀ ਕਮਾਨ ਹੋਵੇ, ਇਹ ਸਬਰ ਕਾ ਨਿਹਣੋ, ਤੇ ਜੇ ਸਬਰ ਦੀ ਕਮਾਨ ਦਾ ਚਿੱਲਾ ਹੋਵੇ, ਸਬਰ ਸੰਦਾ ਬਾਣ। ਸੰਦਾ ਦਾ ਅਰਥ ਹੁੰਦਾ ਦਾ, ਬਾਣ ਦਾ ਅਰਥ ਤੀਰ। ਆਓ ਕਿ ਤੇਰੇ ਅੰਦਰ ਸਬਰ ਦਾ ਤੀਰ ਹੋਵੇ। ਖਾਲਕ ਖਤਾ ਨਾ ਕਰੀ, ਖਾਲਕ ਦਾ ਅਰਥ ਹੈ ਪਰਮਾਤਮਾ, ਤਾਂ ਪਰਮਾਤਮਾ ਇਸ ਦਾ ਨਿਸ਼ਾਨਾ ਖੁੰਝਣ ਨਹੀਂ ਦਿੰਦਾ। ਇਹਨਾਂ ਤੇਰੇ ਜੀਵਨ ਵਿੱਚ ਇਹ 3 ਚੀਜ਼ਾਂ ਸਬਰ ਤੋਂ ਟਿਕ ਗਈਆਂ ਨਾ, ਆਓ ਕਿ ਤੇਰੀ ਕਮਾਨ ਜਿਹੜੀ ਸੀ ਉਹ ਵੀ ਸਬਰ ਦੀ ਬਣ ਗਈ।
ਸਬਰ, ਧੀਰਜ, ਸਿਦਕ ਬਣ ਗਿਆ ਪਾਓ। ਤੇ ਤੇਰੇ ਜੀਵਨ ਦੇ ਵਿੱਚ ਇਹ ਚਿੱਲਾ ਜਿਹੜਾ ਸੀ ਇਹ ਵੀ ਸਬਰ ਬਣ ਗਿਆ, ਤੇ ਇਹ ਬਾਣ ਜਿਹੜਾ ਇਹ ਵੀ ਸਬਰ ਬਣ ਗਿਆ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਇਸ ਤਰ੍ਹਾਂ ਤੇਰੇ ਨਿਸ਼ਾਨੇ ਨੂੰ ਖੁੰਝਣ ਨਹੀਂ ਦਿੰਦਾ, ਤੇਰੇ ਨਿਸ਼ਾਨੇ ਨੂੰ ਕਦੀ ਨਹੀਂ ਖੁੰਝਣ ਦਿੰਦਾ। ਜੋ ਤੇਰਾ ਨਿਸ਼ਾਨਾ ਹੈ ਉਹ ਨਿਸ਼ਾਨਾ ਤੂੰ ਹਾਸਲ ਕਰ ਲਏਗਾ। ਇਸ ਨੂੰ ਹੋਰ ਗੱਲ ਸਮਝਿਓ, ਕਿਉਂਕਿ ਸਾਡਾ ਨਿਸ਼ਾਨਾ ਕੇਵਲ ਪਰਮਾਤਮਾ ਦੇ ਘਰ ਤੱਕ ਪਹੁੰਚਣਾ ਹੈ। ਤੇ ਜਦੋਂ ਜੀਵਨ ਵਿੱਚ ਇਹ ਸਬਰ ਆ ਗਿਆ ਤਾਂ ਸਾਡਾ ਨਿਸ਼ਾਨਾ ਇਹ ਪੂਰਾ ਹੋਵੇਗਾ। ਫਿਰ ਪਰਮਾਤਮਾ ਆਪ ਮਦਦ ਕਰੇਗਾ ਸਾਡੇ ਉਸ ਰਸਤੇ ਤੇ। ਪਰ ਅਸੀਂ ਚੱਲ ਪਏ ਹਾਂ ਤ੍ਰਿਸ਼ਨਾ ਵਾਲੇ ਮਾਰਗ ਤੇ, ਉਸ ਮਾਰਗ ਤੇ ਜਿੱਤੇ ਸਾਰੇ ਦੁਖੀ ਨੇ। ਤੁਸੀਂ ਕਈ ਵਾਰੀ ਗਾਥਾ ਸੁਣੀ ਹੋਣੀ ਹੈ ਕਿ ਇੱਕ ਬੰਦਾ ਸੀ, ਉਸਨੂੰ ਕੋਈ ਗੁਰਮੁਖ ਪਿਆਰਾ ਮਿਲਿਆ, ਉਸਨੇ 4 ਮੋਮਬੱਤੀਆਂ ਦਿੱਤੀਆਂ। ਮੈਂ ਜ਼ਿਆਦਾ ਵਿਸਥਾਰ 'ਚ ਨਹੀਂ ਜਾਵਾਂਗਾ। 4 ਮੋਮਬੱਤੀਆਂ ਦਿੱਤੀਆਂ ਤੇ ਉਸਨੇ ਕਿਹਾ ਵੀ ਇੱਕ ਮੋਮਬੱਤੀ ਨੂੰ ਜਦੋਂ ਜਗਾ ਕੇ ਹੱਥ 'ਤੇ ਰੱਖ ਕੇ ਤੁਰੇਂਗੇ ਇੱਕ ਪਾਸੇ, ਤੇ ਉਸ ਪਾਸੇ ਤੁਹਾਨੂੰ ਕੀਮਤੀ ਸਮਾਨ ਮਿਲਣਗੇ। ਦੂਜੇ ਪਾਸੇ ਜਾਏਗਾ ਤੈਨੂੰ ਚਾਂਦੀ ਮਿਲੇਗੀ, ਤੀਜੇ ਪਾਸੇ ਜਾਏਗਾ ਤੈਨੂੰ ਸੋਨਾ ਮਿਲੇਗਾ। ਪਰ ਇੱਕ ਕੰਮ ਕਰੀ, ਚੌਥੇ ਪਾਸੇ ਨਾ ਜਾਈਂ। ਹੁਣ ਬੰਦਾ ਜਦੋਂ ਉਸ 4 ਮੋਮਬੱਤੀਆਂ ਉਸ ਗੁਰਮੁਖ ਪਿਆਰੇ ਨੇ ਦਿੱਤੀਆਂ, ਪਹਿਲੇ ਰਸਤੇ ਤੇ ਗਿਆ ਤੇ ਉਸਨੂੰ ਕੀਮਤੀ ਸਮਾਨ ਮਿਲੇ। ਦੂਜੇ ਰਸਤੇ ਤੇ ਗਿਆ, ਦੂਜੀ ਮੋਮਬੱਤੀ ਰੱਖ ਕੇ ਤਾਂ ਉਸਨੂੰ ਜੋ ਉੱਥੇ ਚਾਂਦੀ ਮਿਲੀ ਕੀਮਤੀ। ਤੀਜੇ ਮੋਮਬੱਤੀ ਨੂੰ ਰੱਖ ਕੇ ਤੀਜੇ ਰਸਤੇ ਤੇ ਗਿਆ, ਤੀਜੀ ਦਿਸ਼ਾ ਦੇ ਵਿੱਚ, ਤੇ ਉੱਥੇ ਉਹਨੂੰ ਸੋਨੇ ਦੀ ਪ੍ਰਾਪਤੀ ਹੋਈ। ਪਰ ਉਸ ਗੁਰਮੁਖ ਨੇ ਕਿਹਾ ਸੀ ਚੌਥੇ ਰਸਤੇ ਨੂੰ ਨਾ ਜਾਈਂ। ਪਰ ਅੰਦਰ ਦੇ ਜਿਹੜੇ ਤ੍ਰਿਸ਼ਨਾ ਸੀ ਉਸਨੇ ਟਿਕਣ ਨਹੀਂ ਦਿੱਤਾ। ਕਹਿੰਦੇ ਛੱਡ ਗੁਰਮੁਖਾਂ ਦੀ ਗੱਲਾਂ, ਲੇਕਿਨ ਇਤਨਾ ਕੁਛ ਮਿਲਿਆ। ਉਹ ਤਿੰਨ ਮੋਮਬੱਤੀਆਂ ਦੇ ਰਾਹੀਂ 3 ਥਾਵਾਂ ਤੇ ਗਿਆ, ਬੜਾ ਕੁਛ ਪ੍ਰਾਪਤ ਕਰ ਲਿਆ। ਮਨ 'ਚ ਆਇਆ ਮਨਾ, ਕੋਈ ਗੱਲ ਨਹੀਂ, ਜੋ ਗੁਰਮੁਖ ਨੇ ਕਿਹਾ ਸੀ ਛੱਡ ਪਰੇ, ਮੋਮਬੱਤੀ ਜਗਾ ਕੇ ਹੱਥ 'ਤੇ ਰੱਖ ਕੇ ਚੌਥੀ ਦਿਸ਼ਾ 'ਚ ਤੁਰਦੇ ਆ। ਹੁਣ ਚੌਥੀ ਦਿਸ਼ਾ 'ਚ ਤੁਰਦਾ ਗਿਆ, ਘਰ ਵਾਲੇ ਉੱਥੇ ਪਹੁੰਚ ਗਿਆ। ਤੁਰਦੇ ਤੁਰਦੇ ਅੱਗੇ ਇੱਕ ਮਕਾਨ ਆਇਆ, ਉਸਦਾ ਦਰਵਾਜ਼ਾ ਬੰਦ ਸੀ। ਦਰਵਾਜ਼ਾ ਖੋਲ੍ਹਿਆ, ਅੰਦਰ ਗਿਆ ਤੇ ਅੰਦਰ ਜਾ ਕੇ, ਕਿਉਂਕਿ ਅੰਦਰ ਤ੍ਰਿਸ਼ਨਾ ਦੀ ਅੱਗ ਲੱਗ ਗਈ ਸੀ ਵੀ 3 ਪਾਸਿਆਂ ਤੋਂ ਇਤਨਾ ਕੁਛ ਮਿਲਿਆ, ਚੌਥੇ ਪਾਸੇ ਤੋਂ ਵੀ ਕੋਈ ਹੀਰੇ ਜਵਾਹਰਾਤ ਕੀਮਤੀਆਂ ਚੀਜ਼ਾਂ ਮਿਲਣਗੀਆਂ, ਕੋਈ ਲਾਲ ਪੰਨੇ ਰਤਨ ਮਿਲਣਗੇ। ਉੱਥੇ ਗਿਆ ਤੇ ਕੀ ਵੇਖਦਾ ਕਿ ਇੱਕ ਬੰਦਾ ਚੱਕੀ ਪੀ ਰਿਹਾ। ਪਿਆਰ ਵਾਲਿਓ, ਇਸਨੇ ਪੁੱਛਿਆ ਵੀ ਇਤਨਾ ਵੱਡਾ ਮਹਿਲ ਹੈ, ਵੀ ਇਸ ਮਹਿਲ ਦੇ ਵਿੱਚ ਕੀ ਕੁਛ ਹੈ? ਕਹਿਣ ਲੱਗੇ ਇਸ ਦੇ ਵਿੱਚ ਕੀਮਤੀ ਰਤਨ ਨੇ, ਬੜੇ ਕੀਮਤੀ ਰਤਨ ਹੈ। ਕਹਿੰਦੇ ਉਹ ਕਿਸ ਪਾਸੇ ਨੇ? ਕਹਿੰਦੇ ਮੈਂ ਦੱਸਦਾ, ਇੱਕ ਕੰਮ ਕਰ ਵੀ ਮੈਂ ਦੋਵੇਂ ਹੱਥ ਛੱਡ ਨਹੀਂ ਸਕਦਾ, ਮੈਂ ਚੱਕੀ ਪੀ ਰਿਹਾ ਤੇ ਇਹ ਚੱਕੀ ਫੜ ਤੋਂ ਮੈਂ ਤੈਨੂੰ ਦੱਸਦਾ ਕਿਸ ਪਾਸੇ ਮਿਲਣਗੇ। ਉਸਨੇ ਕਿਹਾ ਕੋਈ ਨਹੀਂ, 2 ਮਿੰਟ ਵਾਸਤੇ ਚੱਕੀ ਮੈਂ ਫੜ ਲੈਣਾ। ਜਿਵੇਂ ਉਸਨੇ ਚੱਕੀ ਨੂੰ ਫੜਿਆ ਤੇ ਉਹ ਗੁਰਮੁਖ ਸੱਜਣ ਜਿਹੜਾ ਚੱਕੀ ਪੀ ਰਿਹਾ ਸੀ, ਉਹ ਆਖਣ ਲੱਗਾ ਪਹਿਲਾਂ ਮੈਨੂੰ ਵੀ 4 ਮੋਮਬੱਤੀਆਂ ਮਿਲੀਆਂ ਸਨ ਤੇ ਮੈਂ ਵੀ ਲਾਲਚ ਆ ਗਿਆ ਸੀ ਵੀ ਚੌਥੇ ਪਾਸੇ ਜਾਵਾਂਗਾ। ਹੁਣ ਉਹਨਾਂ ਚਿਰ ਤੱਕ ਇਹ ਚੱਕੀ ਪੀ ਜਿੰਨਾ ਚਿਰ ਤੱਕ ਹੋਰ ਕੋਈ ਤੇਰੇ ਤੇ ਵੱਡਾ ਤ੍ਰਿਸ਼ਨਾਲੂ ਇੱਥੇ ਨਹੀਂ ਆ ਜਾਂਦਾ। ਹੁਣ ਜਾ ਕੇ ਫਸ ਗਿਆ ਉਹਦੇ। ਲਾਲਚ ਇਸ ਤਰ੍ਹਾਂ ਮਨੁੱਖ ਨੂੰ ਲੈ ਜਾਂਦਾ ਹੈ ਤ੍ਰਿਸ਼ਨਾ ਦੇ ਵਿੱਚ। ਇਸ ਤਰ੍ਹਾਂ ਮਨੁੱਖ ਪੂਰੀ ਜ਼ਿੰਦਗੀ ਇਸ ਤ੍ਰਿਸ਼ਨਾ ਦੇ ਮਗਰ ਰੱਖ ਕੇ ਚੱਕੀ ਪੀਂਦਾ ਰਹਿੰਦਾ ਹੈ। ਜੋ ਹੀਰੇ ਜਵਾਹਰਾਤ ਮਿਲੇ ਨਾ, ਉਹਨਾਂ ਦੀ ਕਦਰ ਨਹੀਂ ਕਰਦਾ, ਕਿਉਂਕਿ ਇਹਦਾ ਅੰਦਰ ਦਾ ਸੰਤੋਖ ਮੁੱਕਦਾ ਜਾਂਦਾ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਪਰ ਜੇ ਸਬਰ ਵੱਧ ਜਾਏ, ਜੀਵਨ ਦੇ ਅੰਦਰ ਸੰਤੋਖ ਮਿਲ ਜਾਏ, ਜੋ ਕੁਛ ਦਿੱਤਾ ਹੈ ਦਾਤਾ ਤੇਰੀ ਕਿਰਪਾ ਹੈ, ਮੈਂ ਇਸ ਜੋਗਾ ਵੀ ਨਹੀਂ ਸੀ। ਸੱਚ ਜਾਣਨਾ, ਪਰਮਾਤਮਾ ਐਸੇ ਮਨੁੱਖ ਦਾ ਨਿਸ਼ਾਨਾ ਕਦੀ ਖੁੰਝਣ ਨਹੀਂ ਦਿੰਦਾ, ਵਿਅਰਥ ਨਹੀਂ ਜਾਣ ਦਿੰਦਾ। ਪਰਮਾਤਮਾ ਉਸਦੇ ਉੱਤੇ ਕਿਰਪਾ ਕਰਦਾ, ਉਹਨੂੰ ਸਹੀ ਮੰਜ਼ਿਲੇ ਮਕਸੂਦ ਤੱਕ ਪਹੁੰਚਾ ਦਿੰਦਾ। ਇਸ ਕਰਕੇ ਪਿਆਰ ਵਾਲਿਓ, ਸੱਚ ਜਾਣਨਾ ਜੀਵਨ ਦਾ ਇਹ ਆਪਣਾ ਕਿਰਦਾਰ ਬਣਾਈਏ। ਬਾਬਾ ਫਰੀਦ ਕਹਿੰਦੇ ਤੇਰੇ ਜੀਵਨ 'ਚ ਸਬਰ ਹੋਵੇ, ਕਿਉਂਕਿ ਤੂੰ ਤ੍ਰਿਸ਼ਨਾ ਦੇ ਅਧੀਨ, ਸੰਸਾਰ ਦੇ ਲਾਲਚ ਦੇ ਮਗਰ ਲੱਗਿਆ ਹੋਇਆ, ਭਾਵੇਂ ਜ਼ਿੰਦਗੀ 'ਚ ਬਹੁਤ ਕੁਝ ਇਕੱਠਾ ਕਰ ਲਏਗਾ, ਦੁਨੀਆ ਦੇ ਧਨ ਪਦਾਰਥ ਇਕੱਠਾ ਕਰ ਲਏਗਾ, ਪਰ ਤੈਨੂੰ ਆਪਣਾ ਜਿਹੜਾ ਅਸਲ ਨਿਸ਼ਾਨਾ ਹੈ ਜੀਵਨ ਦਾ, ਉਹ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਗੱਲ ਸਿੱਖਣੀ ਹੈ ਤੇ ਇੱਕ ਸਵਾਨ ਕੋਲੋਂ ਪੁੱਛ। ਬੜੇ ਪਿਆਰੇ ਬਚਨ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ। ਸੁਆਮੀ ਕੈ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਏ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਜਿਸ ਤਰ੍ਹਾਂ ਇੱਕ ਕੁੱਤਾ ਨਾ, ਉਹ ਆਪਣੇ ਮਾਲਕ ਦੇ ਦਰ 'ਤੇ ਰਹਿੰਦਾ ਹੈ। ਕਈ ਵਾਰੀ ਮਾਲਕ ਡੰਡੇ ਵੀ ਮਾਰ ਦਿੰਦਾ ਹੈ,
ਕਈ ਵਾਰੀ ਮਾਲਕ ਔਖਾ ਵੀ ਹੁੰਦਾ ਹੈ, ਕਈ ਵਾਰੀ ਬਾਹਰ ਕੱਢ ਕੇ ਬੂਆ ਵੀ ਬੰਦ ਕਰ ਦਿੰਦਾ ਹੈ। ਪਰ ਜਿਹੜਾ ਸਵਾਨ ਹੈ, ਕੁੱਤਾ, ਆਪਣੇ ਮਾਲਕ ਦਾ ਬੂਆ ਨਹੀਂ ਛੱਡਦਾ। ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਉਹ ਸਵਾਨ ਨਹੀਂ ਪਣਾ ਨਹੀਂ ਛੱਡਦਾ। ਉਹਦੀ ਬਿਰਤੀ ਹੈ ਕਿ ਮਾਲਕ ਨੇ ਕੁੱਟਿਆ, ਮਾਲਕ ਨੇ ਕਈ ਵਾਰੀ ਔਖਾ ਵੀ ਹੋ ਜਾਂਦਾ ਹੈ। ਮਾਲਕ ਤੁਸੀਂ ਦੇਖੋ ਜਿਹੜੇ ਘਰਾਂ ਦੇ ਵਿੱਚ ਕੁੱਤੇ ਰੱਖਦੇ ਨੇ, ਕਈ ਵਾਰੀ ਮਾਲਕ ਘਰੋਂ ਗਿਆ ਹੁੰਦਾ ਕੰਮ ਤੇ ਸ਼ਾਮ ਨੂੰ ਤਪਿਆ ਹੋਇਆ ਆਉਂਦਾ ਹੈ, ਕਿਸੇ ਗੱਲ ਤੋਂ ਗੁੱਸਾ ਚੜ ਰਿਹਾ ਹੁੰਦਾ ਹੈ, ਤੇ ਉਹ ਰੱਖਿਆ ਹੋਇਆ ਕੁੱਤਾ ਪਿਆਰ ਕਰਨ ਵਾਸਤੇ ਆਉਂਦਾ ਹੈ, ਤੇ ਇਹ ਉਸ ਨੂੰ ਔਖਾ ਹੋ ਕੇ ਪਾਸੇ ਕਰ ਦਿੰਦਾ ਹੈ। ਇਸ ਕੁੱਤੇ ਨੂੰ ਪਤਾ ਚੱਲ ਜਾਂਦਾ ਵੀ ਅੱਜ ਮੇਰਾ ਮਾਲਕ ਅਜੇ ਤਪਿਆ ਹੋਇਆ, ਤੇ ਇਹ ਪਾਸੇ ਹੋ ਕੇ ਜਾ ਕੇ ਬਹਿ ਜਾਂਦਾ ਹੈ। ਜਦੋਂ ਉਹ ਰੋਟੀ ਪਾਣੀ ਖਾ ਲੈਂਦਾ, ਬੱਚਿਆਂ ਨਾਲ ਗੱਲਬਾਤ ਕਰਦਾ, ਉਸ ਵੇਲੇ ਪਿਆਰ ਲੈਣ ਵਾਸਤੇ ਚਲਾ, ਉਹਨੂੰ ਪਤਾ ਕਿ ਮੇਰਾ ਮਾਲਕ ਹੁਣ ਸ਼ਾਂਤ ਹੋ ਗਿਆ। ਮਾਲਕ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦੀ ਬੰਦਗੀ ਕਰ, ਕਿਉਂਕਿ ਸ਼ਾਂਤ ਹੋ ਕੇ ਕਰੇਗਾ, ਸਬਰ ਵਿੱਚ ਬੰਦਗੀ ਕਰੇਗਾ, ਤਾਂ ਤੇਰੀ ਕੀਤੀ ਹੋਈ ਬੰਦਗੀ ਕਦੇ ਵਿਅਰਥ ਨਹੀਂ ਜਾਏਗੀ, ਤੈਨੂੰ ਨਿਸ਼ਾਨੇ ਤੱਕ ਪਹੁੰਚਾ ਦੇਗੀ। ਫਿਰ ਕਹਿਣ ਲੱਗੇ ਬਾਬਾ ਫਰੀਦ ਜੀ, ਸਬਰ ਅੰਦਰ ਸਾਬਰੀ ਤਨ ਏਵੇਂ ਜਾਲੇਨ। ਸਬਰ ਅੰਦਰ ਦਾ ਅਰਥ ਹੈ ਵਿੱਚ, ਸਾਬਰੀ ਦਾ ਅਰਥ ਹੈ ਸਬਰ ਵਾਲੇ ਜਿਹੜੇ ਬੰਦੇ ਨੇ ਉਹ ਸਬਰ ਵਿੱਚ ਰਹਿੰਦੇ, ਸੰਤੋਖ 'ਚ ਰਹਿੰਦੇ ਨੇ। ਤਨ ਇਵੇਂ ਜਾਲੇਨ, ਇਸ ਤਰ੍ਹਾਂ ਸਬਰ ਵਿੱਚ ਰਹਿਣ ਵਾਲੇ ਆਪਣੇ ਸਰੀਰ ਨੂੰ ਸਾੜਦੇ ਨੇ, ਭਾਉ ਕਾਲਨਾ ਕਾਲਦੇ ਨੇ। ਜਦੋਂ ਜਗਤ ਸੁੱਤਾ ਪਿਆ, ਉਹ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਦੇ ਨੇ। ਬੇਮੁਹਤਾਜੀ, ਪਾਪ ਨਿਵਰਤੀ ਤੇ ਰਜਾ ਦਾ ਸਬਕ ਪਕਾਉਂਦੇ ਹਨ। ਆਓ ਕਿ ਕਿਸੇ ਦੇ ਮੁਹਤਾਜ ਨਹੀਂ ਰਹਿ ਜਾਂਦੇ। ਪਾਪਾਂ ਦੀ ਨਿਵਰਤੀ ਵਾਸਤੇ ਤੇ ਰਜਾ ਦੀ ਪ੍ਰਵਿਰਤੀ ਨੂੰ ਪੱਕਾ ਕਰਨ ਵਾਸਤੇ ਵੀ ਰਜਾ 'ਚ ਕਿਵੇਂ ਰਹਿਣਾ। ਮੈਂ ਬੇਨਤੀ ਕਰਾਂ, ਰਜਾ 'ਚ ਰਹਿਣ ਵਾਸਤੇ, ਪਾਪਾਂ ਦੀ ਨਿਵਰਤੀ ਵਾਸਤੇ, ਜੀਵਨ ਵਿੱਚੋਂ ਮੁਹਤਾਜੀ ਨੂੰ ਦੂਰ ਕਰਨ ਵਾਸਤੇ, ਉਸ ਵਾਸਤੇ ਬੜੀ ਕਾਲਨਾ ਕਾਲਣੀ ਪੈਂਦੀ ਜੇ। ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ, ਉਸ ਵਾਸਤੇ ਕਾਲਨਾ ਤੋਂ ਬਿਨਾਂ ਗੱਲ ਨਹੀਂ ਬਣਨੀ। ਮੈਂ ਪਰਮਾਤਮਾ ਦੀ ਰਜਾ ਵਿੱਚ ਰਹਿ ਸਕਾਂ, ਉਸ ਵਾਸਤੇ ਕਾਲਨਾ ਕਾਲਣੀ ਪੈਣੀ ਹੈ। ਮੈਂ ਜੀਵਨ ਵਿੱਚੋਂ ਪਾਪ ਦੂਰ ਕਰ ਲਿਆ, ਮੈਂ ਬੇਨਤੀ ਕਰਾਂ ਗੁਰਸਿੱਖੋ, ਇਸ ਵਾਸਤੇ ਬੜੀ ਕਾਲਨਾ ਦੀ ਲੋੜ ਜੇ। ਪਾਪ ਐਵੇਂ ਹੀ ਦੂਰ ਨਹੀਂ ਹੁੰਦੇ। ਪਾਪ ਛੇਤੀ ਕਰਕੇ ਬੰਦੇ ਦਾ ਖੇੜਾ ਨਹੀਂ ਛੱਡਦੇ। ਇਸ ਵਾਸਤੇ ਕਾਲਾ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਕਿ ਸਬਰ ਵਿੱਚ ਰਹਿਣ ਵਾਲੇ ਬੰਦੇ ਨੇ, ਸੱਚ ਜਾਣਨਾ, ਉਹ ਇਹ ਸਬਰ ਦੀ ਕਮਾਈ ਕਰਦੇ ਨੇ। ਤਨ ਇਵੇਂ ਜਾਲੇਨ, ਭਾਉ ਕਿ ਆਪਣੇ ਸਰੀਰ ਨੂੰ ਸਾੜਦੇ ਨੇ। ਸਾੜਨ ਦਾ ਅਰਥ ਹੈ ਤੇ ਕਾਲਨਾ ਕਾਲਨੀ, ਤਪ ਕਰਨਾ, ਯਤਨ ਕਰਨੇ, ਮਿਹਨਤ ਕਰਨੀ, ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗੇ ਰਹਿਣਾ। ਔਰ ਮੈਂ ਇੱਕ ਹੋਰ ਬੇਨਤੀ ਕਰਾਂ, ਗੁਰਮਤਿ ਵਿੱਚ ਮਰਨ ਕਿਹਾ, ਕਹਿੰਦੇ ਗੁਰ ਸੇਵਾ ਤਪਾਂ ਸਿਰ ਤਪਸਾਰ। ਗੁਰੂ ਦੀ ਸੇਵਾ ਕਰਨੀ ਕੋਈ ਸੌਖਾ ਕੰਮ ਥੋੜ੍ਹੀ ਹੈ। ਇਹ ਵੀ ਤਪ ਨੇ, ਇਹ ਵੀ ਕਾਲਨਾ ਕਾਲਨੀ ਹੈ। ਅਸੀਂ ਤਾਂ ਕੁਛ ਵੀ ਨਹੀਂ ਕਰਦੇ, ਗੁਸਤਾਖੀ ਮਾਫ। ਤੁਸੀਂ ਜੇ ਸਿੱਖਣਾ ਤੇ ਗੁਰੂ ਅੰਗਦ ਦੇਵ ਜੀ ਪਿਤਾ ਮਹਾਰਾਜ ਕੋਲੋਂ ਸਿੱਖੋ, ਜੇ ਸਿੱਖਣਾ ਤਾਂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਕੋਲੋਂ ਸਿੱਖੋ, ਜਿਨ੍ਹਾਂ ਨੇ ਹਰ ਵੇਲੇ ਆਪਣੇ ਆਪ ਨੂੰ ਗੁਰੂ ਦੀ ਸੇਵਾ ਵਿੱਚ ਤਤਪਰ ਰੱਖਿਆ। ਐਡੀ ਕਾਲਨਾ, ਹਰ ਵੇਲੇ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਮਾਲਕ ਦੀ ਰਜ਼ਾ ਵਿੱਚ ਰਹਿਣਾ, ਗੁਰੂ ਦੇ ਆਖੇ ਦੀ ਉਡੀਕ ਕਰਨੀ ਵੀ ਗੁਰੂ ਕਦੋਂ ਕੋਈ ਵਚਨ ਆਖੇ, ਉਸ ਵੇਲੇ ਉਸ ਵਚਨ ਨੂੰ ਕਮਾਉਣ ਵਾਸਤੇ ਤੁਰ ਪੈਣਾ। ਮੈਨੂੰ ਮਾਫ ਕਰ ਦੇਣਾ, ਸਾਡੇ ਵਰਗਿਆਂ ਦੀ ਹਾਲਤ ਹੈ, ਗੁਰੂ ਹੁਕਮ ਕਰਦਾ ਹੈ, ਵਚਨ ਕਰਦਾ ਹੈ, ਅਸੀਂ ਸੁਣ ਕੇ ਕੰਨ 'ਚੋਂ ਸੁਣਦੇ, ਦੂਜੇ 'ਚੋਂ ਕੱਢ ਦਿੰਦੇ ਹਾਂ। ਸਾਡੀ ਕੋਈ ਕਾਲਨਾ ਨਹੀਂ। ਅਸੀਂ ਤਾਂ ਗੁਰੂ ਦਰ 'ਤੇ ਵੀ ਆਉਂਦੇ ਹਾਂ ਨਾ। ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੇ ਵਚਨ ਨੇ, ਸੇਵਕ ਸਿੱਖ ਪੂਜਨ ਸਭ ਆਮੈ ਸਭ ਗਾਮੈ ਹਰ ਹਰ ਉੱਤਮ ਬਾਣੀ। ਅਸੀਂ ਬਾਣੀ ਸੁਣਦੇ ਵੀ ਹਾਂ, ਪੜ੍ਹਦੇ ਵੀ ਹਾਂ, ਗਾਉਂਦੇ ਵੀ ਹਾਂ। ਫਿਰ ਮੇਰੇ ਦਾਤਾ ਜੀ ਕਹਿੰਦੇ ਨੇ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਗਾਇਆ ਸੁਣਿਆ ਉਹਨਾਂ ਦਾ ਪ੍ਰਵਾਨ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ। ਗਾਉਂਦੇ ਤਾਂ ਸਾਰੇ ਹੀ ਨੇ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਆਪਣੇ ਤਨ ਨਾਲ ਦਿਨ ਰਾਤ ਕਾਲਨਾ ਕਰਦੇ ਨੇ। ਜਗਤ ਸੁੱਤਾ ਪਿਆ, ਉਹ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਕਰਦੇ, ਲਿਵ ਲਾਉਂਦੇ ਪਰਮਾਤਮਾ ਨਾਲ। ਲਿਵ ਲਾਉਣਾ ਹੋਰ ਹੈ, ਸੰਸਾਰ ਦੇ ਸਵੇਰੇ ਉੱਠ ਕੇ ਸੰਸਾਰ ਦੀਆਂ ਡਿਊਟੀਆਂ ਕਰਨੀਆਂ ਇਹ ਹੋਰ ਨੇ। ਪਰਮਾਤਮਾ ਦੀ ਯਾਦ ਵਿੱਚ ਜੁੜਨਾ ਯਕੀਨੀ ਤੌਰ ਤੋਂ ਹੋਰ ਗੱਲ ਹੈ।
ਵਾਧਾ ਚੱਟੀ ਕਰਨੀ ਇਹ ਹੋਰ ਗੱਲ ਹੈ। ਕੋਈ ਡਿਊਟੀ ਮਿਲੀ ਹੈ, ਕੋਈ ਕੰਮ ਹੈ, ਉਹਦਾ ਪੈਸਾ ਲੈ ਰਹੇ ਹਾਂ ਅਸੀਂ, ਉਹ ਸਾਡੇ ਪ੍ਰੋਫਿਟ 'ਚ ਨਹੀਂ ਲੱਗੇਗਾ। ਪਰਮਾਤਮਾ ਦੀ ਦਰਗਾਹ ਵਿੱਚ ਉਹ ਕੋਈ ਲੇਖੇ 'ਚ ਨਹੀਂ ਹੈ। ਸਾਡਾ ਲੇਖੇ 'ਚ ਹੈ ਕਿ ਅਸੀਂ ਰੱਬ ਨੂੰ ਯਾਦ ਕਿਵੇਂ ਕਰ ਰਹੇ ਹਾਂ, ਰੱਬ ਦੀ ਬੰਦਗੀ ਵਾਸਤੇ ਕਿੰਨਾ ਚਿਰ ਆਪਾਂ ਕਾਲ ਰਹੇ ਹਾਂ, ਕਿੰਨਾ ਸਮਾਂ ਪਰਮਾਤਮਾ ਦੀ ਯਾਦ ਵਿੱਚ ਬਤੀਤ ਕਰ ਰਹੇ ਹਾਂ, ਉਹਦਾ ਸ਼ੁਕਰਾਨਾ ਸਾਡੇ ਜੀਵਨ 'ਚ ਕਿਤਨਾ ਹੈ। ਤੇ ਆਖਣ ਲੱਗੇ ਬਾਬਾ ਫਰੀਦ ਜੀ, ਜਦੋਂ ਇਹੋ ਜਿਹੇ ਬੰਦੇ ਨਾ, ਜਦੋਂ ਉਹ ਕਾਲਦੇ ਨੇ, ਹੋਣ ਨਜ਼ੀਕ ਖੁਦਾਏ ਦਾ, ਕਹਿੰਦੇ ਨੇ ਉਹ ਖੁਦਾ ਦੇ ਨੇੜੇ ਹੋ ਜਾਂਦੇ ਨੇ। ਨਜ਼ਦੀਕ ਦਾ ਅਰਥ ਹੈ ਨੇੜੇ, ਉਹ ਖੁਦਾ ਦੇ ਨੇੜੇ ਹੋ ਜਾਂਦੇ ਨੇ ਤੇ ਭੇਤ ਨਾ ਕਿਸੇ ਦੇਣ। ਤੇ ਜਦੋਂ ਉਹ ਖੁਦਾ ਦੇ, ਪਰਮਾਤਮਾ ਦੇ, ਅੱਲਾਹ ਤਾਲਾ ਦੇ ਨੇੜੇ ਹੋ ਜਾਂਦੇ ਨੇ, ਬਾਬਾ ਫਰੀਦ ਜੀ ਕਹਿੰਦੇ ਨੇ ਉਹ ਕਿਸੇ ਨੂੰ ਆਪਣੇ ਦਿਲ ਦਾ ਭੇਦ ਨਹੀਂ ਦਿੰਦੇ, ਆਪਣਾ ਰਾਜ ਕਿਸੇ ਨੂੰ ਨਹੀਂ ਦੱਸਦੇ। ਤੁਸੀਂ ਦੇਖਿਓ ਜਿਹੜੇ ਬੰਦਗੀ ਕਰਨ ਵਾਲੇ ਬੰਦੇ ਨੇ ਨਾ, ਉਹ ਕਦੀ ਕਿਸੇ ਨੂੰ ਨਹੀਂ ਦੱਸਦੇ। ਇਹ ਤਾਂ ਸੱਚ ਹੈ ਕਿ ਖਾਲੀ ਭਾਂਡੇ ਬੋਲਦੇ ਨੇ, ਜਦੋਂ ਭਾਂਡਾ ਭਰ ਜਾਏ ਫਿਰ ਬੋਲਣਾ ਬੰਦ ਹੋ ਜਾਂਦਾ ਹੈ। ਕਹੋ ਕਬੀਰ ਛੂਚਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਜਿਹੜਾ ਭਰ ਗਿਆ ਨਾ ਫਿਰ ਉਹਦੇ ਬੋਲ ਬੰਦ ਹੋ ਜਾਂਦੇ ਆ। ਖਾਲੀ ਭਾਂਡੇ ਨੇ ਉਹ ਖੜਕਦੇ ਨੇ, ਪਰ ਜਿਹੜਾ ਖੁਦਾ ਦੇ ਨੇੜੇ ਹੋ ਜਾਂਦਾ, ਰੱਬ ਦੇ ਨੇੜੇ ਹੋ ਜਾਂਦਾ, ਕਾਲ ਕੇ, ਕਹਿੰਦੇ ਨੇ ਉਹ ਕਿਸੇ ਨੂੰ ਆਪਣੇ ਦਿਲ ਦਾ ਭੇਦ ਨਹੀਂ ਦਿੰਦੇ। ਇਸ ਕਰਕੇ ਤੁਸੀਂ ਵੇਖੋਗੇ ਕਿ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ, ਪ੍ਰਭੂ ਦੇ ਪ੍ਰੇਮੀ ਨੇ, ਉਹਨਾਂ ਕੋਲ ਕੋਈ ਭੀੜ ਨਹੀਂ ਹੈ। ਔਰ ਜਿਹੜੇ ਬਨਾਵਟੀ ਨੇ, ਜਿਹੜੇ ਵਿਖਾਵੇ ਕਰਨ ਵਾਲੇ ਨੇ, ਜਿਹੜੇ ਲੋਕਾਂ ਨੂੰ ਦਿਖਾਉਣ ਵਾਲੇ ਨੇ, ਉਹਨਾਂ ਕੋਲ ਭੀੜਾਂ ਲੱਗੀਆਂ ਹੋਈਆਂ। ਦੁਨੀਆ ਕਰੀਏ ਬਾਬਾ ਜੀ ਬਾਬਾ ਜੀ ਬਾਬਾ ਜੀ, ਪਰ ਜਿਹੜੇ ਰੱਬ ਦੇ ਨੇੜੇ ਹੋ ਗਏ ਨਾ ਬੰਦਗੀ ਕਰਕੇ, ਪਰਮਾਤਮਾ ਪਰਮੇਸ਼ਰ ਦੇ ਨੇੜੇ ਹੋ ਗਏ, ਕਹਿੰਦੇ ਨੇ ਬਾਬਾ ਫਰੀਦ ਜੀ, ਕਹਿੰਦੇ ਉਹ ਆਪਣੇ ਦਿਲ ਦਾ ਭੇਦ ਕਿਸੇ ਨੂੰ ਨਹੀਂ ਦਿੰਦੇ, ਆਪਣਾ ਰਾਜ ਕਿਸੇ ਨੂੰ ਨਹੀਂ ਦੱਸਦੇ। कितने ऐसे गुरसिख होए, कितने ऐसे महापुरख होए सिੱਖੀ ਦੇ ਅੰਦਰ ਜਿਨ੍ਹਾਂ ਨੇ ਪਰਮਾਤਮਾ ਦੀ ਨੇੜਤਾ ਨੂੰ ਹਾਸਲ ਕੀਤਾ ਪਿਆਰ ਵਾਲਿਓ, ਪਰ ਕਿਸੇ ਨੂੰ ਆਪਣੇ ਬਾਰੇ ਕਦੀ ਦੱਸਿਆ ਨਹੀਂ ਅਸੀਂ ਇਹ ਹਾਂ। ਬੜੀ ਬੜੀ ਪੁੱਜੀਆਂ ਰੂਹਾਂ, ਬੜੀ ਬੜੀ ਰੂਹਾਨੀਅਤ ਦੇ ਮਾਲਕ, ਜਿਨ੍ਹਾਂ ਨੇ ਵਾਕਈ ਆਪਣੇ ਗੁਰੂ ਨਾਨਕ ਦੀ ਨੇੜਤਾ ਨੂੰ ਮਾਣਿਆ, ਸਤਿਗੁਰ ਦੇ ਚਰਨਾਂ ਨਾਲ ਸਾਂਝਾਂ ਪਾਈਆਂ, ਕਿਉਂਕਿ ਉਹ ਰੌਲਾ ਨਹੀਂ ਪਾਉਂਦੇ। ਫਿਰ ਬਾਬਾ ਫਰੀਦ ਜੀ ਅੱਗੇ ਆਖਦੇ ਨੇ, ਸਬਰ ਇਹ ਸੁਆਓ ਜੇ ਤੂੰ ਬੰਦਾ ਦ੍ਰਿੜ ਕਰ ਹੈ। ਹੇ ਬੰਦੇ, ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਸੁਆਵ ਦਾ ਅਰਥ ਹੁੰਦਾ ਸਵਾਰਥ, ਪ੍ਰਯੋਜਨ, ਜ਼ਿੰਦਗੀ ਦਾ ਨਿਸ਼ਾਨਾ। ਆਉਗੀ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਇੱਕੋ ਹੀ ਹੈ। ਬਾਬਾ ਫਰੀਦ ਜੀ ਕਹਿੰਦੇ ਉਹ ਹੈ ਸਬਰ ਵਿੱਚ ਆ ਜਾਣਾ, ਸੰਤੋਖ ਦੇ ਵਿੱਚ ਆ ਜਾਣਾ। ਮਨੁੱਖਾ ਜੀਵਨ ਦਾ ਜੇ ਕੋਈ ਨਿਸ਼ਾਨਾ ਹੈ, ਉਹ ਜੀਵਨ ਵਿੱਚ ਹੈ ਸਬਰ, ਸੰਤੋਖ, ਸਹਿਜ। ਸਾਡਾ ਸਾਰਿਆਂ ਦਾ ਇੱਕੋ ਹੀ ਪ੍ਰਯੋਜਨ ਹੈ, ਕਿਉਂਕਿ ਸਹਿਜ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਇਸ ਕਰਕੇ ਗੁਰਬਾਣੀ ਨੇ ਇੱਕ ਬੜੇ ਪਿਆਰੇ ਵਚਨ ਕੀਤੇ, ਸਾਧ ਸੰਗਤ ਬਿਨਾਂ ਭਾਉ ਨਾ ਉਪਜੈ, ਭਾਉ ਬਿਨ ਭਗਤ ਨਾ ਹੋਏ ਤੇਰੀ। ਸਾਧ ਸੰਗਤ ਵਿੱਚੋਂ ਪ੍ਰੇਮ ਜਪਦਾ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਤੇ ਪ੍ਰੇਮ ਤਾਂ ਜਨਮ ਲਏਗਾ ਜੇ ਸਾਡੇ ਅੰਦਰ ਸਬਰ ਸੰਤੋਖ ਹੋਏਗਾ। ਸਾਡਾ ਮਨੋਰਥ ਇਹ ਹੋਣਾ ਚਾਹੀਦਾ ਹੈ ਕਿ ਮੇਰੇ ਜੀਵਨ ਵਿੱਚ ਸਬਰ ਆ ਜਾਏ, ਕਿਉਂਕਿ ਜਦੋਂ ਸੰਤੋਖ ਆ ਗਿਆ ਨਾ, ਮਨ ਉਦੋਂ ਖੜਨਾ ਮਨ ਨੇ। ਤ੍ਰਿਸ਼ਨਾਲੂ ਬੰਦੇ ਦਾ ਮਨ ਕਦੀ ਨਹੀਂ ਖੜਦਾ। ਜਿਹੜਾ ਸੰਸਾਰ ਦੇ ਪਦਾਰਥਾਂ 'ਚ ਗਲਤਾਨ ਹੈ, ਖਚਿਤ ਹੈ, ਉਹਨਾਂ ਦੀ ਮੰਗ ਮਨ ਮੰਨ ਰਿਹਾ, ਉਹਦਾ ਮਨ ਕਦੀ ਟਿਕਦਾ ਨਹੀਂ ਹੈ। ਭਾਵੇਂ ਕਈ ਵਾਰੀ ਲੱਗਦਾ ਵੀ ਬੰਦਾ ਬੰਦਗੀ ਕਰ ਰਿਹਾ, ਪਾਠ ਪੂਜਾ ਕਰ ਰਿਹਾ, ਧਰਮ ਕਰਮ ਕਰ ਰਿਹਾ, ਪਰ ਅੰਦਰ ਜੇ ਸਬਰ ਨਹੀਂ ਹੈ ਤੇ ਅੰਦਰਲਾ ਟਿਕਦਾ ਕੋਈ ਨਹੀਂ। ਔਰ ਜੇ ਅੰਦਰਲਾ ਟਿਕਿਆ ਕੋਈ ਨਹੀਂ, ਬੰਦਗੀ ਕੀਤੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਉਹ ਤੇਰੀ ਲੇਖੇ ਵਿੱਚ ਹੀ ਨਹੀਂ ਹੈ, ਕਿਉਂਕਿ ਅੰਦਰ ਤੇ ਟਿਕਿਆ ਨਹੀਂ, ਉਹ ਤੇ ਕਿਤੇ ਘੁੰਮਦਾ ਰਿਹਾ ਬਾਹਰ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜਦੋਂ ਸੁਲਤਾਨਪੁਰ ਮਸਜਿਦ ਵਿੱਚ ਗਏ ਨਾ, ਤੇ ਕਾਜ਼ੀ ਸਾਹਿਬ ਨੇ ਕਿਹਾ ਨਮਾਜ਼ ਪੜ੍ਹੋ, ਕਹਿੰਦੇ ਮਹਾਰਾਜ ਕਹਿੰਦੇ ਠੀਕ ਹੈ ਪੜ੍ਹਾਂਗੇ। ਨਵਾਬ ਕਹਿੰਦਾ ਦੌਲਤ ਖਾਨ ਨਮਾਜ਼ ਪੜ੍ਹੋ, ਮਹਾਰਾਜ ਕਹਿੰਦੇ ਪੜ੍ਹਾਂਗੇ, ਪੜ੍ਹੋ ਤੁਸੀਂ ਨਮਾਜ਼, ਨਾਲ ਪੜ੍ਹਾਂਗੇ ਤੁਹਾਡੀ। ਪਿਆਰ ਵੱਲੋਂ ਸੱਚ ਜਾਣਨਾ, ਦੌਲਤ ਖਾਨ ਨੇ ਵੀ ਨਮਾਜ਼ ਪੜ੍ਹੀ, ਕਾਜ਼ੀ ਨੇ ਵੀ ਨਮਾਜ਼ ਪੜ੍ਹੀ, ਪਰ ਗੁਰੂ ਨਾਨਕ ਪਾਤਸ਼ਾਹ ਮੁਸਕਰਾਉਂਦੇ ਰਹੇ। ਕਿਉਂ?
क्योंकि अंदर जिहड़ा मन टिकिया होया नमाज च है ही नहीं है। नमाज खत्म हो गई, उन्होंने कहा तुसी साडे धर्म दे असूलों का मखौल उड़ाया है, भी साडी नमाज का मखौल उड़ाया। मार कहते नहीं, ये गलत है। असल गल ये सी, गुरु साहब कहन लगे काजी साहब तुसी कहंदे भी साडी नमाज का मखौल उड़ाया है, एक गल दसो तुहाडा मन इत्थे सी नमाज दे विच? तुहाडा मन तां घर दे विच तुहाडी घोड़ी सूई सी ते ओह खूह दे कोल उहदी बच्चा बन्निया होया सी ते तुहाडे मन च ये चलिया सी किते बच्चा खूह च ना डिग जाए। इत्थे हैगे सी तुसी नमाज दे विच ते नहीं। हुण काजी निरुत्तर हो गया। दौलत खां चौड़ा होके आया, कहंदा जी काजी साहब का मन इत्थे नहीं सी, मेरे नाल पढ़ लैण जी। गुरु नानक पातशाह ने कहा तू तो काबल गंदार च घोड़े खरीद रहा सी, शरीर करके मसीत सी पर तू मन करके इत्थे नहीं सी, दस कि खरीद रहा सी कि नहीं? ये भी कहता हाँ सच्चे पातशाह खरीद रहे। महाराज ने कहा बंदगी भी तो है ही नहीं सी तुसी। बंदगी क्योंकि उन्ना चिर हो नहीं सकती जिन्ना चिर सबर नहीं है, संतोख नहीं है। जे अंदर संतोख है, सबर है, तृष्णा अधीन रह के कदी मैं बेनती करा कदी कोई बंदगी ना कर सकिया ना कोई कर सकेगा। बाबा फरीद जी ये कहना चाहते हैं, क्योंकि जो अंदर लालसावां लगियां ने ना तो वह ना कथा करन देंदियां, ना कीर्तन करन देंदियां, ना पाठ करन देंदियां। बंदे का मन उस माया के मगर दौड़ता रहता है भी ये मिल जाए, ये मिल जाए। वो ख्यालों की दुनिया च घूमता रहता है। कई बंदे बैठे गुरुद्वारे होंदे ने, उन्होंने ख्यालात किते होर पासे चल रहे होंदे ने। कई बैठे गुरुद्वारे होंदे ने, वो नाटक चिड़कां विच ही होंदे ने। उन्हों का ख्याल कदों समाप्ति होवे, कदों मोबाइल नूं जाके हथ पाइए, उस तो अगे वो बिल्कुल तुरदे नहीं, क्योंकि अंदर सबर नहीं है। अगर अंदर जो टिकाऊ नहीं है जीवन के अंदर, महाराज कहते बाबा फरीद जी सबर ये सुभाओ, सबर ही जिंदगी का असल मनोरथ है। तेरी जिंदगी का प्रयोजन ही ये है, जां इस तरह कह लीए कि मनुखा जीवन मिलया तो जे सबर मिल गया तो परमात्मा मिल गया। क्योंकि संतोख जो जीवन च आवेगा, सबर जीवन में आवेगा, तृष्णा शांत होवेगी, उस वेले सब कुछ साफ नज़र आवेगा। जिवें सोखा करते हैं कि बाल्टी में पानी है और उस पानी के अंदर अजे गर्दिश है, पाओ कि पानी हिल रहा है बाल्टी विचों, तुसी अपना अक्स नहीं देख सकोगे। मैं सौखी उदाहरण दे रहा, पर जो वो पानी शांत हो जाता है ना, तुसी अपना फोटो विच देख सकते हो, अपने कपड़ियों का रंग देख सकते हो। क्यों? क्योंकि हुण पानी शांत हो गया। इस तरह जितना मन शांत हो गया, मन सबर विच आ गया, उस दिन रब की अक्स तुसी अपने हिरदे विचों देख सकोगे। इस तरह बाबा फरीद जी कहना चाहते हैं, सबर ये सुभाओ जे तू बंदा दृढ़ करें, जे तू सबर नूं हिरदे विच पक्का कर लै। बाबा फरीद जी कहते हैं, हे बंदे जे तू सबर नूं अपने हिरदे विच पक्का कर लवें, वध थीवैं दरियाओ, तू वध के दरिया हो जाएगा। वध का अर्थ है वध के, थीवैं का अर्थ है हो जाएगा, दरियाओ का अर्थ है दरिया। आओ कि तू इतना बड़ा तेरा हिरदा हो जाएगा जिमें दरिया हुंदा है, बड़ी नदी हुंदी है। जिस दिन सबर का जन्म हो गया ना, सबर वाले मनुख का हिरदा नदी वर्गा हो जाता है, बड़े दरिया वर्गा बन जाता है। और फिर कहने लगे टुट ना थीवे पहाड़ा, पर फिर घट के निक्का जिहा बहन नहीं बनेगा। आओ कि फिर नाला नहीं बन सकता। जिहदा हिरदा नदी वर्गा हो गया है, जिहड़ा दरिया वर्गा मनुख बन गया है, प्यार वालियो सच जानना, वो फिर नाला नहीं बन सकता। एक नदी नूं नाला नहीं बनाया जा सकता। जिस नाल तेरे हिरदे विच एक खुलदली आ गई ना, बाबा फरीद जी कहते हैं, आओ कि जिस नाल सबर वाला जीवन तू बना लिया, तेरे दिल वध के दरिया हो जाएगा। सबर वाला मनुख सब कुछ लुटा देंदा। जे गुरु नानक पातशाह मोदी खाने च बैठे ने, तेरा तेरा कर रहे ने, तो इस करके क्योंकि अंदर सबर है। बेसबरा मनुख तेरा तेरा करके नहीं विखा सकता, ये गारंटी है। जिहदे अंदर सबर नहीं, संतोख नहीं, विश्वास नहीं, भरोसा नहीं, वो नहीं कर सकता। पर बाबा नानक जी जे तेरा तेरा करके तोल दें, तो अंदर सबर नाल हिरदा भरिया होया है। इतना सबर दाता मेरा अपना कुछ नहीं, जो कुछ है मेरे को सारा कुछ तेरा है। हुण जे सब कुछ ही उसका है परमात्मा का, तो अपनी कोई चीज़ नहीं तो बरताई जा रहे हैं। जो बंदा कहना मेरी, उस वेले ख्याल आ जाता, ये फिर बरताउण दे विच हथ खुला कर लैंदा। जो इस आ गया भी मेरी चीज़ है, मेरी वस्तु है, फिर नहीं। पर जो ये दाते दी समझदा, फिर सब कुछ बरता दिंदा है। बाबा फरीद जी कहने जिस दिन तेरा हिरदा सबर वाला बन गया ना, तेरा दिल वध के छोटे तो नाले तो
एक नदी बन जाएगा, दरिया बन जाएगा। और तेरे दिल में सारे जगत वास्ते प्यार पैदा हो जाएगा। तेरे दिल के अंदर फिर तंग दिली नहीं रहेगी। बाबा फरीद जी ये समझाना चाहते हैं, क्योंकि ये तंग दिली है जिहड़ी सानू रब दे नेड़े नहीं होण दिंदी। बस गल समझ लेना, इस तरह जिमें गुरु अर्जन देव जी ने आख्या कि जब धारै को बैरी मीत तब लग नेचल ना ही चीर। जदों किसी नूं ये वैरी मनदा है, तंग दिली है ना, तां ही वैरी है। पर जदों तंग दिली खत्म हो गई अंदरों, सारे मित्र नजर आन लग पे, प्यार वाले, उस दिन खेड बन जानी है। फिर तक कह देवांगे कि विसर गई सब तात पराई, जब ते साध संगत मोह पाई, ना को वैरी नहीं बेगाना, सगल संग हमको बनिया। हुण सारिਆਂ नाल प्यार बन गया। बाबा फरीद जी उस अवस्था में जाके गल कर रहे हैं कि तंग दिली मुका लै अपने जीवन विचों, दिल दे विच सारिਆਂ वास्ते फिर प्यार पैदा हो जाएगा। फिर सारा जगत तैनूं अपना लगेगा। और जिस दिन सारा जगत अपना लगन लग पाया, अज तक असी देखो लड़ते हाँ, कुछ लोग अपने आप तक ने, कुछ थोड़े से अगे बढ़े वो परिवार तक रुक गए, कुछ अगे बढ़े अपने होर कुटुंब तक चले गए, पाओ कि परिवार के होर सज्जना तक मेरे ही ने, कुछ अपने नगर तक भी मेरा पिंड है, कुछ अपने शहर तक ये शहर मेरा है, कुछ अपने प्रांत तक ये प्रांत मेरा है, कुछ अपने देश तक। पर हैरानी की गल है भी गुरु नानक ने ऐसा सिख पैदा कर दिता जिहड़ा सारी दुनिया नूं गलवकड़ी विच लैके प्यार करदा। उचारण करो सतनाम। अज देखो सारी दुनिया विच गुरु नानक दा सिख लंगर छका रहा है। किसी का मजहब, किसी की जात, गोरा काला कौन है, कोई मतलब नहीं सिख नूं। सिख नूं मतलब है कोई भुखा है उसनूं प्रसादा छकाना है, कोई प्यास लगी है उसदे मुख विच पानी पाना है, सारिਆਂ ਨੂੰ गलवकड़ी विच लैना। इस करके गुरु नानक दा धर्म बहुत बड़ा धर्म है प्यारिओ। गुरु नानक दा धर्म है जो सारी कायनात नूं अपनी गलवकड़ी विच लैण वाला है। सो अपने जीवन दे अंदर ये तां हो सकदा है जे गुरु नानक किरपा करन कि साडे अंदर सबर दा, संतोख दा, सहज दा जन्म हो जाए। और जिन्ना संतोख दा जन्म होएगा उस दिन साडे अंदर वो अकाल पुरख प्रगट हो जाएगा। पर यह तृष्णा मिटेगी तां सबर आएगा। तो गुरु साहब नूं पुछो महाराज तृष्णा किवें मिटनी है, तो एक बचन कह के समाप्ति मार कहने तृष्णा बुझै हर कै नाम। तेरे अंदर दी तृष्णा जिहड़ी है हरि परमात्मा दे नाम नाल मिटेगी। नाम दे उत्ते भरोसा होवे, परमात्मा दे कीते ते भरोसा होवे, जो तू कर रहा सच्चे पातशाह तू अपार है, तू बेअंत है, उहदे कीते ते भरोसा होवे प्यार वालिओ, उसदे नाम नाल सांझ बन जाए। तृष्णा बुझै हर कै नाम, महासंतोख होवे गुरबचनी, प्रभु सों लागै पूरन ध्यान। महासंतोख का जन्म हो जाना तो प्रभु नाल ध्यान जुड़ जाना। ये तरीका है जो बाबा फरीद जी ने 3 श्लोकों में सानू समझाया। इतने वचन प्रवान गुरु नानक के चरना च अरदास है सच्चे पातशाह भी आप रहमत करो कि जीवन में सबर संतोख की दात सानू बख्शो। जे ये दात मिल गई तो फिर खेड बन जानी है। और ये अरदास करो अपने अपने वास्ते कि बिन तुद होर जे मंगना, सिर दुखा कै दुख, देह नाम संतोखिया उतरे मन की भुख। दाता तेरे दर तो जे कुछ होर मंगीए तो दुख मंगना है, इस करके संतोख मंगते हाँ। संतोख की दात झोली विच पा दे ताकि मन की भुख, मन की तृष्णा ये उतर जाए। ये दात झोली विच पा दें और जिन्ना तू पा देंगा उस दिन खेड बन जानी। क्योंकि गुर बण तृण हरिया कीतिया, गुरु ने तो बण तिनके भी हरे भरे कर दिते। नानक क्या मनुख, सदगुरु कहने नानक ये मनुख की है, इसनों क्यों नहीं हरा भरा करेगा। वो तो जंगलों के सुके हुए तिनके हरे भरे कर दिंदा है। हे मनुख वो तैनों भी हरा भरा करेगा। पर उस दाते दे चरनां च ये दात मंग, इस सच्चे पातशाह मैनूं संतोख की दात दे दे। तेरे घर विच तेरे तो बिना होर कुछ मंगा, संतोख तो बिना कुछ होर मंगा तो मैं केवल दुख मंगदा। इस करके अपने घरों मैनूं संतोख की दात बख्श। ये अर्ज अपने अपने वास्ते सारिਆਂ ने करनी है। तो जिहड़े अर्ज करनगे बेनती गुरु नानक के चरनां च करनगे, सतगुर तुठ पे फिर हो जाणगे ये लोग सुखीए। पर लोग सवेले नानक हर पव आपे मिले। धन्नवाद जी सारिਆਂ दा। इतने बचन प्रवान फतेह दी सान करो। आखो जी वाहिगुरू जी का खालसा वाहिगुरू जी की फतेह। वाहिगुरू साहब जी ज्ञान ध्यान कर्म न जाना, सार न जाना तेरी।
ਸਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਧਨਾਤਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਰਾਹੋ ਆਨੰਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਓ। ਰਾਹੋ ਸਰਬੰਗ ਸਾਚਾ ਏਕ ਹੈ ਦੂਜਾ ਨਾਹੀ ਕੋਏ। ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ। ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ। ਜਿਸ ਆਗੇ ਪਿਆਰੇ ਜਾਏ ਕਹਾਂ। ਰਾਹੋ ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਏ। ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ। ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਏ। ਰਾਹੋ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਏ। ਰਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਹਿਲਾ ਰਾਗ ਗੁਰਦੀਪ ਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ। ਸੋਹਿਲਾ ਸਿਮਰੋ ਸਿਰਜਨਹਾਰੋ ਤੁਮ ਗਾਵੋ ਮਿਨਰ ਭਉ ਕਾ। ਸੋਹਿਲਾ ਹੋਂ ਵਾਰਿਜ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤਨ ਜਿਹੜੇ ਸਮਾਲਨ ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪੁੱਛਦਾ ਤੇ ਕਮ ਸਮਾਰ ਸਮਝ ਸਾਲ ਲਖਿਆ ਅਮਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੈ ਸਾਹਿਬ ਸੋ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰ ਸਿਮਰੀਏ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸਿਆਂ ਕੜੀਆਂ ਪੈਰਾਂ ਥਿਤੀ ਬਾਰੀ ਮਹਾ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ। ਗगन में थाल रवचन दीपक बने। तार का मुंडल जनक मोती। तो बनियालो पवन चबरो करे। सगल बन राय फुलंत ज्योति। कैसी आरती होए बहुखंडा तेरी। आरती अनता शब्द बाजंत पहरी रहाओ। सहस्तव नैन न नैन है तो को। सहस मूर्त न नायक तो ही। सहस पद में वर्णन एक पद गंध बिन। सहस्तव गंध एव चलत मोही। सब में जो जोत है सोई तिसदै चानन। सब में चानन होए गुर साखी। जोत प्रगट होए जो तिस भावै सुवारती होए। हर चरण कमन मकरंदो विच मनोंदनो मोहि। आही प्यासा कृपा जल दे नानक सारंग को। होए जाते तेरे नाय वासा। राग गोड़ी पूरी महला चौथा। काम क्रोध नगर को भरया मिल साधु। खंडल खंडा है पूर्व लिखा लिखे गुर पाया मन। हल मंडल मंडा है
ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੋਤ ਪੁਨ ਵੱਡਾਏ। ਰਹਾਉ ਸਾਖਤ ਹਰ ਰਸਾਦ ਨ ਜਾਣੈ, ਤਿਨ ਅੰਤਰ ਹੋ ਮੈਂ ਕੰਡਾਹੇ। ਜੋ ਜੋ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿਜ ਸੇ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾਹੇ। ਅਬਨਾਸੀ ਪ੍ਰਭ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੋੜੀ ਪੂਰੀ ਮਹਿਲਾ ਪੰਜਵਾਂ। ਕਰੋ ਬੇਨੰਤੀ ਸੁਨੋ ਮੇਰੇ ਮੇਤਾ, ਸੰਤ ਅਹਲ ਕੀ ਵੇਲਾ। ਇਹਾਂ ਖਾੜ ਚਲੋ ਹਰ ਲਾਹਾ, ਆਗੇ ਵਸੰਤ ਸੁਹੇਲਾ। ਓਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹ ਸੰਸਾਰ ਵਿਕਾਰ, ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਜਾਕੂ ਆਏ ਸੋਈ ਬਿਹਾਜੂ, ਹਰ ਗੁਰ ਤੇ ਮਨੈ ਵਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਤ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।